ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਜੀ ਭਾਸਕਰ ਜੀ ਔਰ ਇੰਦਰਪ੍ਰੀਤ ਜੀ, ਦੋਨਾਂ ਨੂੰ ਜੀ ਆਇਆਂ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਜਦੋਂ ਸਵਰਾਜ ਦੇ ਉਸਰਈਏ ਸਜਾਵਟਾਂ ਤੱਕ ਸੀਮਤ ਹੋ ਜਾਣ ਤੇ ਸਾਨੂੰ ਦੱਸੋ ਅਸੀਂ ਇਹਨੂੰ ਕਿਹੜੇ ਸ਼ਬਦਾਂ 'ਚ ਬੰਨੀਏ। ਕੇਜਰੀਵਾਲ ਸਾਹਿਬ ਦੇ ਬੰਗਲੇ ਦੇ ਉੱਤੇ 45 ਕਰੋੜ ਦਾ ਭਾਜਪਾ ਦਾ ਇਲਜ਼ਾਮ ਰੈਨੋਵੇਸ਼ਨ ਦਾ, ਸਜਾਵਟ ਦਾ, ਔਰ ਇਹਨੂੰ ਆਮ ਆਦਮੀ ਪਾਰਟੀ ਵੀ ਬਹੁਤਾ ਡਿਨਾਈ ਨਹੀਂ ਕਰ ਰਹੀ। ਉਹ ਵਿਅਕਤੀ ਜਿਹੜੇ ਕਿਸੇ ਵੀ ਤਰ੍ਹਾਂ ਦੇ VVIP ਕਲਚਰ ਤੋਂ ਦੂਰ ਰਹਿਣ ਦੀ ਗੱਲ ਕਰਦੇ ਸੀ, ਉਹ ਵਿਅਕਤੀ ਜਿਹੜੇ ਘਰ ਕੋਠੀਆਂ ਲੈਣ ਤੋਂ ਨਾ ਨੁੱਕਰ ਕਰਦੇ ਸੀ, ਜਿਹੜੇ ਕਹਿ ਕੇ ਇਹ ਆਏ ਸੀ ਕਿ ਇਹ ਸਭ ਕਲਚਰ ਖਤਮ ਕਰਾਂਗੇ, ਜਦੋਂ ਉਹਨਾਂ ਦੇ ਉੱਤੇ ਤੱਥਾਂ ਦੇ ਆਧਾਰ ਤੇ ਇਲਜ਼ਾਮ BJP ਲਾ ਰਹੀ ਹੋਵੇ, ਇਹਦੇ ਉੱਤੇ ਗੱਲ ਕਰਦੇ ਆ। ਦੂਜੇ ਬੰਨੇ ਅੱਜ ਜਦੋਂ ਬਾਦਲ ਪਿੰਡ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਪੁਰਦੇ ਆਤਿਸ਼ ਹੋ ਰਹੇ ਹੋਣਗੇ, ਤਾਂ ਉਸੇ ਵੇਲੇ ਇਸ ਤਰ੍ਹਾਂ ਦੀਆਂ ਚਰਚਾਵਾਂ ਦਾ ਅੱਗੇ ਤੁਰਨਾ ਕਿ ਕੀ ਹੁਣ ਅਕਾਲੀ ਦਲ BJP ਗਠਬੰਧਨ ਮੁੜ ਕੇ ਸਥਾਨ ਲਵੇਗਾ, ਤਾਂ ਬਸਪਾ ਦੇ ਮੱਥੇ ਤੇ ਸ਼ਿਕਨ ਤਾਂ ਉਭਰੂਗੀ। ਅੱਜ ਲਗਭਗ ਸਾਰੀਆਂ ਪ੍ਰਕਾਸ਼ਨਾਵਾਂ ਨੇ, ਵੱਡੀਆਂ ਅਖਬਾਰਾਂ ਨੇ ਜ਼ਿਕਰ ਕੀਤਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਦਰਦ ਦਿਖਾਉਣਾ, ਇਹ ਕੰਸਰਨ ਦਿਖਾਉਣਾ ਰਿਸ਼ਤਿਆਂ ਦੇ ਵਿੱਚ ਇੱਕ ਨਵੀਂ ਰੂਹ ਫੂਕੇਗਾ। ਇਹ ਸਵਾਲ ਅੱਗੇ ਵਧਾਉਂਦੇ ਆ। ਤੀਜਾ ਸਵਾਲ, ਜਦੋਂ ਨਵਜੋਤ ਸਿੰਘ ਸਿੱਧੂ ਵਰਗਾ ਵਿਅਕਤੀ ਜਿਹੜਾ ਆਦਰਸ਼ਕ ਸਿਆਸਤਾਂ ਦੀ ਗੱਲ ਕਰਦਾ ਹੋਵੇ ਤੇ ਉਹ Z+ ਸਿਕਿਉਰਿਟੀ ਲਈ ਹਾਈ ਕੋਰਟਾਂ ਦੀ ਖਾਕ ਛਾਨਣ ਤੁਰ ਪਵੇ, ਮਾਸਸ ਤੋਂ ਇੱਕ ਵਿੱਥ ਰਹਿੰਦੀ ਆ ਇਸ ਤਰ੍ਹਾਂ ਦੇ ਪ੍ਰਾਵਧਾਨ ਨਾਲ, ਪ੍ਰਬੰਧਾਂ ਨਾਲ, ਫਿਰ ਉਹਦੀ ਸਿਆਸਤ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਕਿਸ ਖਾਤੇ 'ਚ ਪਾਈਏ। ਖਬਰ ਅਤਿਮ ਆ ਕਿ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਸਪੈਸ਼ਲ DGP ਵਰਿੰਦਰ ਕੁਮਾਰ ਇੱਕ ਪੱਤਰ ਲਿਖਣ ਵਾਲੇ ਆ। ਹਾਲਾਂਕਿ ਉਹਨਾਂ ਨੇ ਮੁੱਖ ਮੰਤਰੀ ਨਾਲ ਗੱਲ ਕਰ ਲਈ ਆ, ਇੱਕ ਕੰਸੋ ਹੈ, ਮੇਰੀ ਉਹਨਾਂ ਨਾਲ ਗੱਲ ਨਹੀਂ ਹੋ ਸਕੀ, ਕਿ ਉਹ ਇੱਕ ਖਾਸ ਤਰ੍ਹਾਂ ਦਾ ਕਾਡਰ, ਇੱਕ ਕੇਡਰ ਮੰਗਦੇ ਆ, ਸਪੈਸ਼ਲ 600 ਵਿਅਕਤੀਆਂ ਦਾ ਪੁਲਿਸ ਵਿੱਚੋਂ, ਜਿਨ੍ਹਾਂ ਨੂੰ ਉਹ ਟ੍ਰੇਨਡ ਕਰ ਸਕਣ ਵਿਜੀਲੈਂਸ ਦੀਆਂ ਲੋੜਾਂ ਅਨੁਸਾਰ। ਡੈਪੂਟੇਸ਼ਨ ਤੇ ਕੰਮ ਨਹੀਂ ਸਰਦਾ, ਮਾਮਲੇ ਵੱਧ ਗਏ ਨੇ। ਭਾਸਕਰ ਸਾਹਿਬ ਇੱਕ ਖਬਰ ਜ਼ਰੂਰ ਲੈਣਾ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕਈ ਲਿਕਰ ਬ੍ਰਾਂਡ ਨਦਾਰਦ ਨੇ, ਕਿੰਨਾ ਚਿਰ ਹੋ ਗਿਆ ਠੇਕੇ ਦਿੱਤਿਆਂ ਨੂੰ। ਪਰ ਆਪਾਂ ਚੱਲਾਂਗੇ ਵਾਟਰ ਸੈਸ ਦੇ ਉੱਤੇ, ਇੰਦਰਪ੍ਰੀਤ ਗੱਲ ਕਰਨਗੇ। ਹਿਮਾਚਲ ਨੇ ਲਾਤਾ ਸੀ ਇੱਕ ਜਜੀਆ ਪਾਣੀਆਂ ਤੇ, ਹੁਣ ਇਹਨੂੰ ਕੇਂਦਰ ਨੇ ਸਿਰਿਓਂ ਨਕਾਰਤਾ, ਲੇਕਿਨ ਉਹ ਕਹਿੰਦੇ ਕੋਰਟ 'ਚ ਜਾਵਾਂਗੇ। ਮਾਮਲਾ ਏਡਾ ਆਸਾਨ ਨਹੀਂ। ਪੰਜਾਬ ਦੇ ਕਾਨੂੰਨੀ ਮਸ਼ੀਰ ਮਹੀਨਾ ਭਰ ਕੀ ਕਰਦੇ ਰਹੇ ਗੱਲ ਤੇ। ਲਾਸਟ ਗੱਲ, RSS ਨਿਰਧਾਰਿਤ ਕਰਦੀ ਆ ਨੀਤੀਆਂ। RSS ਹੁਣ ਹਿੰਦੂਤਵ ਤੋਂ, ਜਿੱਥੇ ਜਿੱਥੇ ਹਿੰਦੂਤਵ ਨਹੀਂ ਚੱਲਦਾ ਉੱਥੇ ਨੈਸ਼ਨਲਿਜ਼ਮ ਦੀ ਬਾਤ ਪਾਊਗੀ। ਇਹ ਸਵਾਲ ਕਾਫੀ ਵੱਡੇ ਨੇ ਜਿਹੜੇ ਪ੍ਰਭਾਵਿਤ ਕਰਦੇ ਆ ਪੂਰੇ ਸਮਾਜ ਨੂੰ, ਮੁਆਸ਼ਰੇ ਨੂੰ, ਸੁਸਾਇਟੀ ਨੂੰ, ਸਰਕਾਰਾਂ ਨੂੰ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਜਿਹੜੇ ਆਏ ਸੀ ਸਭ ਕੁਝ ਬਦਲ ਦੇਣ ਲਈ, ਜਦੋਂ ਖੁਦ ਬਦਲ ਜਾਣ ਤੇ ਕਿਵੇਂ ਉਹਨਾਂ ਨੂੰ ਅੱਗੇ ਤੋਰੀਏ, ਇਸ ਸਵਾਲ ਤੇ ਸਵਾਲ ਖੜਾ ਹੋ ਗਿਆ। ਬਿਲਕੁਲ, ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਕਹਿੰਦੇ ਆ ਕੱਟੜ ਇਮਾਨਦਾਰ, ਕਹਿੰਦੇ ਸਾਨੂੰ ਰਾਜਨੀਤੀ ਨਹੀਂ ਆਉਂਦੀ, ਸਾਨੂੰ ਸਕੂਲ ਠੀਕ ਕਰਨੇ ਆਉਂਦੇ, ਸਾਨੂੰ ਮੁਹੱਲਾ ਕਲੀਨਿਕ ਬਣਾਉਣੇ ਆਉਂਦੇ ਆ, ਪਰ ਉਹਨਾਂ ਨੂੰ ਆਪਣਾ ਘਰ ਵੀ ਰੈਨੋਵੇਟ ਕਰਨਾ ਆਉਂਦਾ। ਇਸ ਗੱਲ ਦਾ ਉਹਨੇ ਇੱਕ ਡਾਟੇ ਦੇ ਨਾਲ ਉਜਾਗਰ ਹੋਈ ਕਈ ਚੀਜ਼ਾਂ। ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਜੋ ਕਦੀ ਵੈਗਨ-ਆਰ ਦੇ ਵਿੱਚ ਦੇਖੇ ਜਾਂਦੇ ਸੀ, ਔਰ ਮਫਲਰ ਉਹਨਾਂ ਦਾ ਇੱਕ ਸਿੰਬਲ ਹੁੰਦਾ ਸੀਗਾ, ਮਫਲਰ ਲਪੇਟ ਕੇ ਬਿਲਕੁਲ ਆਮ ਆਦਮੀ ਦੇ ਤਰੀਕੇ ਨਾਲ ਹੀ ਉਹ ਅੱਗੇ ਵਧਦੇ ਸੀਗੇ। ਉਹਨਾਂ ਨੇ ਪਿੱਛੇ ਕੀ, ਜਦ ਕੋਵਿਡ ਪੂਰੇ ਦੇਸ਼ ਦੇ ਵਿੱਚ ਕੋਵਿਡ ਦੀ ਮਾਰ ਸੀਗੀ, ਉਹਨਾਂ ਦਿਨਾਂ ਦੇ ਵਿੱਚ ਉਹ ਆਪਣਾ ਘਰ ਰੈਨੋਵੇਟ ਕਰਾ ਰਹੇ ਸੀ। ਇਹ ਗੱਲ ਨਿਕਲ ਕੇ ਆਈ ਹੈ। ਔਰ ਖਰਚਾ ਕਿੰਨਾ ਰੈਨੋਵੇਸ਼ਨ ਦੇ ਵਿੱਚ ਹੋਇਆ? 44.78 ਕਰੋੜ, ਜਿਹਨੂੰ 45 ਕਰੋੜ ਵੀ ਕਿਹਾ ਜਾ ਰਿਹਾ ਹੈ। ਇਹਨਾਂ ਪੈਸਿਆਂ ਦੇ ਨਾਲ ਇੱਕ ਸ਼ੀਸ਼ ਮਹਿਲ ਬਣਾਇਆ ਗਿਆ, ਕਿਉਂਕਿ ਭਾਜਪਾ ਦੇ ਆਗੂਆਂ ਨੇ ਉਸ ਘਰ ਨੂੰ ਸ਼ੀਸ਼ ਮਹਿਲ ਦਾ ਨਾਂ ਦਿੱਤਾ। ਔਰ ਇਹ ਵੀ ਕਿਹਾ ਕਿ ਅੱਗੇ ਚੱਲ ਕੇ ਹੋ ਸਕਦਾ ਇਹਦੇ ਉੱਤੇ ਟਿਕਟ ਵੀ ਲਵਾਉਣੀ ਪੈ ਗਈ, ਕਿਉਂਕਿ ਬੜਾ ਸ਼ਾਨਦਾਰ ਬਣਾਇਆ, ਦੇਖਣਯੋਗ ਹੈਗਾ। ਔਰ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮੁੱਦੇ ਦੇ ਉੱਤੇ ਡਿਨਾਈ ਤੇ ਨਹੀਂ ਕੀਤਾ ਕਿ ਇੰਨੇ ਪੈਸੇ ਨਹੀਂ ਖਰਚ ਹੋਏ। ਉਹਨਾਂ ਨੇ ਇਹ ਜ਼ਰੂਰ ਕਿਹਾ ਕਿ 500 ਕਰੋੜ ਰੁਪਏ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਉੱਤੇ ਵੀ ਖਰਚ ਹੋਏ ਨੇ, ਉਹਦੀ ਵੀ ਗੱਲ ਕਰੋ। ਕਹਿੰਦੇ ਪ੍ਰਧਾਨ ਮੰਤਰੀ ਨੇ 8400 ਕਰੋੜ ਰੁਪਏ ਦਾ ਜਹਾਜ਼ ਖਰੀਦਿਆ ਆਪਣੇ ਵਾਸਤੇ, ਇਹਦੀ ਗੱਲ ਕਿਉਂ ਨਹੀਂ ਕਰਦੇ? ਹੁਣ ਉਸ ਖਰਚੇ ਨੂੰ, ਉਹਨਾਂ ਚੀਜ਼ਾਂ ਨੂੰ ਅਗਰ ਤੁਸੀਂ ਪੜ੍ਹਦੇ ਹੋ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਘਰ ਦੇ ਵਿੱਚ ਕੀ ਲਵਾਇਆ ਤੇ ਕਿੰਨੇ ਕਿੰਨੇ ਪੈਸੇ ਕਿੱਥੇ ਖਰਚੇ ਨੇ, ਉਹ ਦੇਖ ਕੇ ਬੜੀ ਦਿਲਚਸਪੀ ਹੁੰਦੀ ਹੈ ਕਿ ਜੋ ਸ਼ੌਂਕ ਕਿਸੇ ਰਹੀਸ ਵਿਅਕਤੀ ਦੇ ਮਨਾਂ ਦੇ ਵਿੱਚ ਆਪਣੇ ਘਰ ਨੂੰ ਲੈ ਕੇ ਹੁੰਦੇ ਨੇ, ਉਹ ਸਾਰੇ ਸ਼ੌਂਕ ਕੇਜਰੀਵਾਲ ਉਹਨਾਂ ਨੇ ਆਪਣੇ ਘਰ ਬਣਾਉਣ ਦੇ ਵਾਸਤੇ, ਰੈਨੋਵੇਸ਼ਨ ਕਰਾਉਣ ਦੇ ਵਾਸਤੇ ਪੂਰੇ ਆਪਣੇ, ਜਿੱਦਾਂ ਕਹਿੰਦੇ ਨੇ ਆਪਣੇ ਪੂਰੇ
ਰਾਂਝਾ ਰਾਜੀ ਕੀਤਾ ਹੈ, ਉਹ ਬਿਲਕੁਲ ਰੀਝਾਂ ਉਦਾਂ ਹੀ ਰੀਝਾਂ ਲਾਈਆਂ ਰੀਝਾਂ। ਰੀਝਾਂ ਲਾਈਆਂ। ਰਾਂਝਾ ਰਾਜੀ ਵੀ ਇੱਕੋ ਹੀ ਗੱਲ ਹੈਗੀ ਹੈ ਜੀ, ਹਾਂ ਪਰ ਜਿੱਥੇ ਤੱਕ ਹੁਣ ਅਗਰ ਹਿਸਾਬ ਕਿਤਾਬ ਦੀ ਗੱਲ ਕਰੀਏ ਤੇ ਕਿੱਥੇ ਕਿੰਨੇ ਪੈਸੇ ਲੱਗੇ, ਇਹ ਬੜੀ ਇੰਟਰਸਟਿੰਗ ਗੱਲ ਹੈਗੀ ਹੈ। ਤੇ ਇਸ ਤੋਂ ਪਹਿਲੇ ਮੈਂ ਵੀ ਦੱਸਦਾ ਕਿ ਸੰਜੇ ਸਿੰਘ ਉਹਨਾਂ, ਭਾਵੇਂ ਰਾਘਵ ਚੱਡਾ ਉਹਨਾਂ, ਉਹ ਕਹਿੰਦੇ ਨੇ 80 ਸਾਲ ਪੁਰਾਣਾ ਘਰ ਹੈਗਾ ਕੇਜਰੀਵਾਲ ਉਹਨਾਂ ਦਾ, 1942 ਚ ਬਣਿਆ ਸੀਗਾ, ਤੇ ਉਹਨਾਂ ਦੇ ਮਾਤਾ ਪਿਤਾ ਦੇ ਕਮਰੇ ਦੀ ਔਰ ਕੇਜਰੀਵਾਲ ਸਾਹਿਬ ਦੇ ਕਮਰੇ ਦੀ ਛੱਤ ਗਿਰ ਗਈ ਸੀ, ਇਸ ਕਰਕੇ ਇਹ ਰੈਨੋਵੇਸ਼ਨ ਕਰਨੀ ਜ਼ਰੂਰੀ ਹੋਈ, ਔਰ ਅਸੀਂ ਰੈਨੋਵੇਸ਼ਨ ਦੇ ਉੱਤੇ ਪੈਸੇ ਬਚਾਏ ਨੇ, 30 ਕਰੋੜ ਰੁਪਏ ਘੱਟ ਤੋਂ ਘੱਟ ਅਸੀਂ ਬਚਾਏ ਨੇ। ਔਰ ਖਰਚਾ ਕਿੱਥੇ ਕਿੱਥੇ ਕਿੰਨਾ ਹੋਇਆ, 11.3 ਕਰੋੜ, ਯਾਨੀ 11 ਕਰੋੜ 3 ਲੱਖ ਰੁਪਏ ਤੇ ਇੰਟੀਰੀਅਰ ਡੈਕੋਰੇਸ਼ਨ ਦੇ ਉੱਤੇ ਲੱਗੇ। ਦੱਸੋ 11 ਕਰੋੜ ਰੁਪਏ ਦੇ ਵਿੱਚ ਚੰਗਾ ਭਲਾ ਵਧੀਆ ਘਰ ਬਣ ਜਾਂਦਾ ਹੈ, ਸਿਰਫ ਇੰਟੀਰੀਅਰ ਡੈਕੋਰੇਸ਼ਨ ਦੇ ਉੱਤੇ ਹੀ 11 ਕਰੋੜ 3 ਲੱਖ ਰੁਪਏ ਲਾਏ ਗਏ। ਭਾਸਕਰ ਸਾਹਿਬ ਰੁਕ ਜਾਓ, ਇੱਥੇ ਰੁਕ ਜਾਓ, ਤੁਸੀਂ ਕਿਹੜੀ ਦੁਨੀਆ 'ਚ ਰਹਿੰਦੇ? ਅਸੀਂ ਕਰੋੜ ਰੁਪਈਆ ਘਰ ਜੇ ਕਿਸੇ ਤੇ ਲੱਗ ਜੇ ਨਾ ਤੇ ਉਹਨੂੰ ਖਲੋ ਕੇ ਲੋਕ ਵਹਿੰਦੇ ਆ। ਅੱਜ ਕੱਲ ਪਿੰਡਾਂ ਦੇ ਵਿੱਚ ਐਵਰੇਜ ਲੋਕ 35-40 ਲੱਖ ਦੇ ਵਿੱਚ ਜੇ ਜ਼ਮੀਨ ਆਪਣੀ ਹੋਵੇ ਤੇ ਬਣਾ ਲੈਂਦੇ ਨੇ ਮਾੜਾ ਮੋਟਾ ਰਹਿਣ ਬਸੇਰਾ। ਤੁਸੀਂ ਕਹਿੰਦੇ ਹੋ ਵੀ ਚੰਗਾ ਭਲਾ ਨਹੀਂ ਸਰ, ਮਹਿਲ ਬਣ ਜਾਂਦੇ 11 ਕਰੋੜ ਦੇ ਵਿੱਚ। ਪੁੱਛ ਕੇ ਦੇਖੋ ਸਾਨੂੰ ਜਿਹੜੇ ਮਹੀਨੇ ਦੀਆਂ ਸੈਲਰੀਆਂ ਤੇ ਰੁਕੇ ਹੋਏ ਆ, ਤੋਰੋ ਗੱਲ ਅੱਗੇ। ਹੁਣ ਉਹ ਵੈਗਨਆਰ ਵਾਲੇ ਕੇਜਰੀਵਾਲ ਉਹਨਾਂ ਨੇ 6 ਕਰੋੜ ਰੁਪਏ ਤੇ ਜਿਹੜਾ ਵੀਅਤਨਾਮ ਤੋਂ ਮਾਰਬਲ ਮੰਗਵਾ ਕੇ ਆਪਣੇ ਇਸ ਨਵੇਂ ਸ਼ੀਸ਼ ਮਹਿਲ ਦੇ ਵਿੱਚ ਲਵਾਇਆ। ਵੀਅਤਨਾਮ ਤੋਂ ਮਾਰਬਲ ਕਿੰਨਾ ਸੋਹਣਾ ਲੱਗਦਾ ਹੋਏਗਾ, ਚਲੋ ਕਦੀ ਮੌਕਾ ਲੱਗਿਆ ਤੇ ਆਪਾਂ ਦੇਖਾਂਗੇ। 1 ਕਰੋੜ ਰੁਪਏ ਤੇ ਸਿਰਫ ਕੰਸਲਟੈਂਸੀ ਦੇ ਦਿੱਤੇ ਆ, ਕਿਹੜੀ ਚੀਜ਼ ਕਿੱਥੇ ਲਾਣੀ ਹੈ। ਉਹਨਾਂ ਨੂੰ 1 ਕਰੋੜ ਰੁਪਏ ਦਿੱਤੇ ਨੇ ਕਿ ਤੁਸੀਂ ਦੱਸੋ ਕਿੱਥੋਂ ਕਿਹੜਾ ਮਾਲ ਲੈ ਕੇ ਆਈਏ। 5 ਕਰੋੜ 43 ਲੱਖ ਜਿਹੜੇ ਇਲੈਕਟ੍ਰੀਕਲ ਗੈਜਟਸ ਦੇ ਉੱਤੇ ਲੱਗੇ ਨੇ, ਆਟੋਮੈਟਿਕ ਸਮਾਰਟ ਲਾਈਟ ਲੱਗੀ ਹੈ, ਤਾਲੀ ਵਜਾਓ ਤੇ ਲਾਈਟ ਜਲਦੀ ਹੈ, ਇਦਾਂ ਦੇ ਹੁੰਦੇ ਨੇ ਇਲੈਕਟ੍ਰਿਕ ਸਮਾਰਟ ਲਾਈਟਿੰਗ ਸਿਸਟਮ। ਔਰ ਕਿਚਨ ਦੇ ਵਿੱਚ 1 ਕਰੋੜ 1 ਲੱਖ ਰੁਪਏ ਦੇ ਕਿਚਨ ਦੇ ਬਰਤਨ ਭਾਂਡੇ ਪੁੰਡੇ ਤੋਂ ਇਲਾਵਾ ਬਾਰਬੀਕਿਊ ਉੱਥੇ ਲਾਇਆ ਗਿਆ। ਔਰ ਜਿਹਦੇ ਵਿੱਚ ਹੁਣ ਪਤਾ ਨਹੀਂ ਉਹ ਖਾਂਦੇ ਆ ਚਿਕਨ ਕਿ ਨਹੀਂ, ਨਾਨ ਵੈਜ ਵਾਸਤੇ ਨਾਰਮਲੀ ਬਾਰਬੀਕਿਊ ਮਸ਼ਹੂਰ ਹੈਗਾ, ਪਰ ਕਈ ਵਾਰ ਮਸ਼ਰੂਮ ਵੀ ਏਦਾਂ ਕਰ ਲੈਂਦੇ ਹੁੰਦੇ ਆ। 1 ਕਰੋੜ ਰੁਪਏ ਵੁਡਨ ਫਲੋਰਿੰਗ ਤੇ ਲੱਗੇ ਨੇ ਤੇ 45 ਲੱਖ ਤੋਂ ਵੱਧ ਉਹ ਪਰਦਿਆਂ ਦੇ ਉੱਤੇ ਲੱਗੇ ਨੇ। ਔਰ 5 ਕਰੋੜ ਰੁਪਏ ਆਰਟਿਸਟਿਕ ਐਂਡ ornamental ਵਰਕ ਦੇ ਉੱਤੇ ਲੱਗੇ ਨੇ। ਹੁਣ ornamental ਵਰਕ ਕੀ ਹੁੰਦਾ ਪਤਾ ਨਹੀਂ। 5 ਕਰੋੜ ਰੁਪਏ ਜਿਸ ਹਿਸਾਬ ਨਾਲ ਲੱਗੇ ਨੇ, ਕਿਸੇ ਜਗ੍ਹਾ ਕੋਈ ਹੀਰੇ ਹੂਰੇ ਵੀ ਸ਼ਾਇਦ ਜੜਵਾਏ ਹੋ ਸਕਦੇ ਨੇ ਖਾਸ ਤਰੀਕੇ ਨਾਲ। ਔਰ ਜਿਹਦੇ ਤੱਕ PWD ਦੀ ਗੱਲ ਕਰੀਏ ਤੇ PWD ਨੇ ਕਦੋਂ ਕਿੰਨੇ ਦਾ ਟੈਂਡਰ ਕੀਤਾ। 2020 ਦੇ ਵਿੱਚ ਇਹ ਟੈਂਡਰਾਂ ਦੀ ਸ਼ੁਰੂਆਤ ਹੋਈ ਸੀ। 7 ਕਰੋੜ 9 ਲੱਖ ਦਾ ਇਹ ਟੈਂਡਰ ਤਦ ਹੋਇਆ ਸੀ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਹਿ ਚੁੱਕੇ ਆ, ਜਦ ਭਾਰਤ ਦੇ ਵਿੱਚ ਕੋਵਿਡ ਦੀ ਮਾਰ ਸੀਗੀ ਔਰ ਲੋਕੀ ਘਰਾਂ ਤੋਂ ਨਿਕਲਣੇ ਬੰਦ ਹੋ ਗਏ ਸੀ। ਉਸ ਟਾਈਮ ਕੇਜਰੀਵਾਲ ਉਹਨਾਂ ਆਪਣਾ ਘਰ ਬਣਾ ਰਹੇ ਸੀਗੇ ਔਰ ਸ਼ੁਰੂਆਤ ਕੀਤੀ ਸੀ 2020, ਔਰ ਡੇਟ ਵੀ ਉਹਦੀ ਸਤੰਬਰ 1 2020 ਹੈ। ਫਿਰ 1 ਕਰੋੜ 64 ਲੱਖ ਦਾ ਟੈਂਡਰ ਤਦ ਨਿਕਲਿਆ ਜਦ ਜੂਨ 8 2021 ਆਈ। ਔਰ 9 ਕਰੋੜ 8 ਲੱਖ ਰੁਪਏ ਦਾ ਟੈਂਡਰ ਅਕਤੂਬਰ 22 ਨੂੰ 2021 ਨੂੰ। 5 ਕਰੋੜ 73 ਲੱਖ ਦਾ ਫਿਰ ਇੱਕ ਟੈਂਡਰ ਨਿਕਲਿਆ ਦਸੰਬਰ 30 2021 ਨੂੰ। 9 ਕਰੋੜ 34 ਲੱਖ ਦਾ ਇੱਕ ਹੋਰ ਟੈਂਡਰ ਕੱਢਿਆ, ਸ਼ਾਇਦ ਇਹ ਟੈਂਡਰ ਸੀਗਾ ਉਹ ਜਿਹੜਾ ਬਾਰਬੀਕਿਊ ਵਾਲਾ ਸਿਸਟਮ ਜਿਹਾ ਲਾਇਆ ਉਹਦੇ ਵਾਸਤੇ, ਹੋ ਸਕਦਾ ਜੂਨ 29 2022 ਨੂੰ। ਹੁਣ ਇੰਨੀ ਸਾਰੀ ਗੱਲਾਂ ਦੇ ਉੱਤੇ ਕੱਟੜ ਇਮਾਨਦਾਰ ਸਿੰਪਲ ਵਿਅਕਤੀ ਜਿਹੜਾ ਇਲੈਕਸ਼ਨ ਲੜਨ ਤੋਂ ਪਹਿਲੇ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ ਦੇ ਵਿੱਚੋਂ ਇਹ ਕਹਿੰਦਾ ਹੋਏ ਕਿ ਸਾਨੂੰ ਤੇ ਬਿਲਕੁਲ ਕੋਈ VIP ਚੀਜ਼ ਨਹੀਂ ਚਾਹੀਦੀ, ਨਾ ਸਿਕਿਉਰਿਟੀ, ਨਾ ਕੋਈ ਘਰ, ਨਾ ਕੋਈ ਤਨਖਾਹ ਦੀ ਵੀ ਕਈ ਵਾਰ ਉਹ ਗੱਲ ਕਰਦੇ ਆ ਕਿ ਵੀ ਅਸੀਂ ਤੇ ਪੂਰੇ ਸਰਫੇ ਨਾਲ ਕੰਮ ਕਰਦੇ ਆ। ਹੁਣ ਦੇਖੋ ਸਿਕਿਉਰਿਟੀ ਦੇ ਮੁੱਦੇ ਦੇ ਉੱਤੇ ਵੀ ਕਈ ਵਾਰ ਪੰਜਾਬ ਦੇ ਵਿੱਚ ਵੀ ਗੱਲਾਂ ਚੱਲੀਆਂ। ਪੰਜਾਬ ਸਰਕਾਰ ਬਣਨ ਤੋਂ ਬਾਅਦ ਉਹ VIP ਸਿਕਿਉਰਿਟੀ ਬਤੌਰ ਮੁੱਖ ਮੰਤਰੀ ਦਿੱਲੀ ਉਹਨਾਂ ਕੋਲ ਸੀਗੀ ਤੇ ਪੰਜਾਬ ਤੋਂ ਵੀ ਇਹ ਸਿਕਿਉਰਿਟੀ ਲਿੱਤੀ ਗਈ। ਉਹ ਹਜੇ ਤੱਕ ਆਫੀਸ਼ੀਅਲੀ ਡਿਕਲੇਅਰ ਤੇ ਨਹੀਂ ਕੀਤਾ ਪੰਜਾਬ ਪੁਲਿਸ ਨੇ ਜਾਂ ਪੰਜਾਬ ਸਰਕਾਰ ਨੇ, ਪਰ ਇਹ ਗੱਲ ਪਾਕ ਸਾਫ਼ ਹੈ ਕਿ ਕੇਜਰੀਵਾਲ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਸਾਡੇ ਪੰਜਾਬ ਪੁਲਿਸ ਦੇ ਜਵਾਨ ਅਕਸਰ ਦੇਖੇ ਜਾਂਦੇ ਨੇ। ਹੁਣ ਉਹ ਵਿਅਕਤੀ ਜਿਹੜਾ ਆਮ ਆਦਮੀ ਬਣ ਕੇ ਆਇਆ ਹੋਏ ਔਰ ਅਗਰ 45 ਕਰੋੜ ਰੁਪਏ ਆਪਣੇ ਘਰ ਦੀ ਰੈਨੋਵੇਸ਼ਨ ਦੇ ਉੱਤੇ ਲਾਏ ਤੇ ਸਵਾਲ ਤੇ ਪੈਦਾ ਹੋਣਗੇ। ਸਵਾਲਾਂ ਦੇ ਜਵਾਬ ਆਮ ਆਦਮੀ ਪਾਰਟੀ ਦੇ ਲੀਡਰ ਡਿਨਾਈ ਨਹੀਂ ਕਰਦੇ ਕਿ ਪੈਸੇ ਨਹੀਂ ਲੱਗੇ, ਪਰ ਇਹ ਜ਼ਰੂਰ ਕਹਿੰਦੇ ਨੇ ਮੋਦੀ ਸਾਹਿਬ ਨੇ ਵੀ ਤੇ ਖਰਚੇ, ਅਸੀਂ ਖਰਚ ਲਈਏ ਤੇ ਕੀ ਹੈ। ਲੈਫਟੀਨੈਂਟ ਗਵਰਨਰ ਸਾਹਿਬ ਦੇ ਵੀ ਤੇ ਘਰ ਤੇ 15 ਕਰੋੜ ਲੱਗੇ ਨੇ, ਉਹਦੀ ਕੋਈ ਗੱਲ ਨਹੀਂ ਕਰਦਾ। ਅਸੀਂ ਗਰੀਬ ਆਦਮੀ, ਆਮ ਆਦਮੀ, ਸਾਡੀ ਸਾਰੇ ਗੱਲ ਕਰਦੇ ਆ ਜੇ ਅਸੀਂ 45 ਕਰੋੜ ਦੇ ਵਿੱਚ ਕੁਝ ਮਾੜਾ ਮੋਟਾ ਜਾਂ ਬਾਰਬੀਕਿਊ ਲਾ ਲਿਆ, ਇਹਦੇ ਉੱਤੇ ਇਤਰਾਜ਼ ਕਿਉਂ ਹੈਗਾ। ਹੁਣ ਸਾਰੀ ਗੱਲਾਂ ਅੱਗੇ ਵੱਧ ਰਹੀ ਹੈ, ਰਾਜਨੀਤੀ ਗਰਮਾਈ ਹੋਈ ਹੈ ਔਰ ਇਹ ਗੱਲਾਂ ਲੋਕਾਂ ਦੇ ਮਨਾਂ ਦੇ ਵਿੱਚ ਕਿਸ ਤਰੀਕੇ ਨਾਲ ਜਾ ਰਹੀ ਹੈ, ਇਹਨੂੰ ਚੈੱਕ ਕਰਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਤੇ ਭਾਜਪਾ ਦੋਨੋਂ ਕਰ ਰਹੀ। ਦੇਖੋ ਆਪੋ ਫਾਥੜੀਏ ਤੈਨੂੰ ਕੌਣ ਛਡਾਵੇ, ਕੇਜਰੀਵਾਲ ਸਾਹਿਬ ਨੇ ਆਪੇ ਹੀ ਤੇ ਖਤਰਾ ਮੁੱਲੇ ਲਿਆ। ਨਹੀਂ ਤੇ 2020 ਤੋਂ 21 ਤੋਂ ਕਿਹੜਾ ਕਿਸੇ ਨੇ ਰੌਲਾ ਪਾਇਆ ਸੀ।
ਕਿਉਂਕਿ ਉੱਪਰਲੇ ਵੀ ਸਮਝਦੇ ਹੁੰਦੇ ਵੀ ਚੰਗਾ ਜਿੰਨੇ ਲਿਬੜ ਜਾਣ। ਅਸੀਂ ਇੱਕ ਟਰਮ ਸ਼ੁਰੂ ਕੀਤੀ ਸੀ, ਲਿਬੇੜੋ ਰਾਜਨੀਤੀ, ਵੀ ਜੇ ਤੁਸੀਂ ਨਾ ਜੀ, ਕੱਲ ਇੱਕ ਬੜੀ ਸੋਹਣੀ ਗੱਲ ਅੱਗੇ ਆ ਰਹੀ ਸੀ, ਕਹਿੰਦੇ ਜਦੋਂ ਹੁਣ ਤਾਂ ਮਰਹੂਮ ਬਾਦਲ ਸਾਹਿਬ ਚਲੇ ਗਏ ਨੇ, ਬਾਦਲ ਸਾਹਿਬ ਅਕਸਰ ਬਹੁਤ ਸਾਰੇ ਵੱਡੇ ਲੀਡਰਾਂ ਦੇ ਪੁੱਤਾਂ ਨੂੰ ਸਿਆਸਤ ਵਿੱਚ ਲਿਆਉਣ ਲਈ ਬਹੁਤ ਦਿਲਚਸਪੀ ਰੱਖਦੇ ਸੀ। ਕੈਪਟਨ ਕਵਲਜੀਤ ਦੇ ਪੁੱਤਰ ਲਈ, ਜਾਂ ਟੌੜਾ ਸਾਹਿਬ ਦੇ ਜਵਾਈ ਲਈ, ਜਾਂ ਬਾਕੀ ਲੋਕਾਂ ਲਈ। ਉਹਨਾਂ ਨੇ ਵੇਖਿਆ ਕਿ ਸਾਰੇ ਇੱਕੋ ਜਿਹੇ ਨਾ ਹੋਣ, ਫਿਰ ਸਵਾਦ ਨਹੀਂ ਆਉਂਦਾ, ਐਵੇਂ ਸਵਾਲ ਉਠਾਉਣਗੇ। ਪਰਿਵਾਰਵਾਦ ਦੀ ਰਾਜਨੀਤੀ ਦੇ ਵਿੱਚ ਸਾਰਿਆਂ ਨੂੰ ਇੱਕੋ ਰਸਤੇ ਲੰਘਾਉਣਾ ਪੈਂਦਾ। ਪਰ ਮੈਂ ਭਾਸਕਰ ਸਾਹਿਬ ਤੁਹਾਨੂੰ ਇਹ ਜ਼ਰੂਰ ਪੁੱਛੂੰਗਾ, ਵੈਸੇ ਮੈਂ ਇਸ ਕਰਕੇ ਕਹਿ ਰਿਹਾ ਵੀ ਜੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਮਹਾਰਾਜਿਆਂ ਦੀ ਕਹਾਣੀ ਨਾ ਸੁਣਾਉਂਦੇ ਤੇ ਅੱਜ ਇਹ ਚਿੱਠੇ ਨਹੀਂ ਸੀ ਖੁੱਲਣੇ। ਅਗਲੇ ਕਹਿੰਦੇ ਹੋਣੇ ਆ ਵੀ ਚਲੋ ਬੈਠੇ ਰਹਿਣ ਦੋ, ਕਦੇ ਲੋੜ ਪੈਣ ਤੇ ਖੋਲਾਂਗੇ, ਸਮੇਂ ਤੋਂ ਪਹਿਲਾਂ ਖੁੱਲ ਗਏ। ਇਹ ਤੁਹਾਡਾ ਸੋਰਸ ਕੀ ਆ? ਸੰਬਿਤ ਪਾਤਰਾ ਦੀਆਂ ਸਟੇਟਮੈਂਟਾਂ ਕਿ ਜਾਂ ਹੋਰ ਵੀ ਕੁਝ ਹੈ? ਭਾਜਪਾ ਦੇ ਆਗੂਆਂ ਨੇ ਇਹ ਸਾਰੀ ਡਿਟੇਲ ਲਿਖਤ ਦੇ ਵਿੱਚ ਮੀਡੀਆ ਦੇ ਵਿੱਚ ਦਿੱਤੀ ਹੈ ਔਰ ਕਲੇਮ ਕੀਤਾ ਹੈ ਕਿ ਇਹਦੇ ਵਿੱਚ ਇੱਕ ਵੀ ਗੱਲ ਝੂਠੀ ਨਹੀਂ ਹੈਗੀ, ਕਿਉਂਕਿ ਟੈਂਡਰਾਂ ਦੀ ਤਰੀਕ ਤੱਕ ਵੀ ਦਿੱਤੀ ਗਈ ਹੈ। ਜਿਸ ਤਰ੍ਹਾਂ ਅਸੀਂ ਹੁਣੇ ਦੱਸਿਆ ਵੀ ਹੈ ਕਿ ਫਲਾਨੀ ਡੇਟ ਨੂੰ ਇਹ ਟੈਂਡਰ ਨਿਕਲੇ, ਔਰ ਇਹਦੇ ਉੱਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੋਈ ਨਾ ਨਹੀਂ ਕੀਤੀ ਕਿ ਇੰਨੇ ਪੈਸੇ ਖਰਚ ਨਹੀਂ ਹੋਏ। ਇਹ ਪਹਿਲੀ ਵਾਰ ਹੈ। ਨਾਰਮਲੀ ਆਮ ਆਦਮੀ ਪਾਰਟੀ ਦੇ ਲੀਡਰ ਵੱਧ ਚੜ ਕੇ ਪ੍ਰੈਸ ਕਾਨਫਰੰਸ ਕਰਦੇ ਨਹੀਂ, ਇਹ ਸਾਰਾ ਝੂਠ ਹੈ, ਇਹ ਝੂਠ ਦਾ ਪੁਲਿੰਦਾ ਹੈਗਾ। ਐਦਾਂ ਦੀ ਗੱਲ ਕੋਈ ਨਿਕਲ ਕੇ ਨਹੀਂ ਆਈ। ਤੇ ਆਪਣੇ ਆਪ ਵਿੱਚ ਇਹ ਗੱਲ ਲੱਗਦੀ ਹੈ ਵੀ 45 ਕਰੋੜ ਵਾਲੀ ਗੱਲ ਤੇ ਹੈਗੀ ਹੈ ਸੱਚੀ। ਉਹ ਛੱਤ ਗਿਰਨ ਦੀ ਤੇ ਗੱਲ ਕਰਦੇ ਨੇ ਕਿ ਜੀ ਉਹਨਾਂ ਦੇ ਮਾਤਾ ਪਿਤਾ ਦੇ ਕਮਰੇ ਦੀ ਛੱਤ ਗਿਰ ਗਈ ਸੀ, ਇਸ ਕਰਕੇ 45 ਕਰੋੜ ਰੁਪਏ ਲਾਣੇ ਪੈ ਗਏ। ਔਰ 1942 ਦੇ ਵਿੱਚ ਇਹ ਘਰ ਬਣਿਆ ਸੀ, 80 ਸਾਲ ਬਾਅਦ ਤੇ ਇੰਨੇ ਪੈਸੇ ਲੱਗਦੇ ਹੀ ਹੁੰਦੇ ਆ। ਫਿਰ ਉਹ ਮੋਦੀ ਸਾਹਿਬ ਦੇ ਉੱਤੇ ਵੀ ਉਂਗਲ ਉਠਾਉਂਦੇ ਨੇ, 500 ਕਰੋੜ ਤੁਸੀਂ ਕਿਤੇ ਲਾਏ ਨੇ, ਤੁਸੀਂ ਕਿਉਂ ਲਾਏ? ਜੇ ਤੁਸੀਂ ਲਾ ਸਕਦੇ ਹੋ ਤਾਂ ਅਸੀਂ ਕਿਉਂ ਨਹੀਂ ਲਾ ਸਕਦੇ? ਪਰ ਇੱਥੇ ਉਹ ਗੱਲ ਭੁੱਲ ਜਾਂਦੇ ਨੇ ਕਿ ਮਫਲਰ ਮੈਨ ਦੇ ਤੌਰ ਤੇ ਕੇਜਰੀਵਾਲ ਉਹਨਾਂ ਰਾਜਨੀਤੀ 'ਚ ਆਏ ਸੀ। ਵੈਗਨਆਰ ਬੜੇ ਸਾਲਾਂ ਦੇ ਵਿੱਚ ਉਹ ਦਿੱਲੀ ਦੀ ਸੜਕਾਂ ਤੇ ਦੌੜਦੀ ਸੀਗੀ। ਉਸ ਤੋਂ ਬਾਅਦ ਅਚਾਨਕ ਏਦਾਂ ਦਾ ਕੀ ਹੋਇਆ ਕਿ ਇਹ 45 ਕਰੋੜ ਰੁਪਏ ਉਸ ਸ਼ੀਸ਼ ਮਹਿਲ ਦੇ ਉੱਤੇ ਉਹਨਾਂ ਨੂੰ ਲਾਣੇ ਪਏ। ਪਰ ਚਲੋ ਉਹ ਕਹਿੰਦੇ ਨੇ ਪ੍ਰਾਪਰਟੀ ਤੇ ਦਿੱਲੀ ਸਰਕਾਰ ਦੀ ਹੈ, ਮੇਰੇ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਆਏਗਾ ਉਹਨੂੰ ਵੀ ਮਿਲੇਗਾ। ਪਰ 3 ਵਾਰ ਲਗਾਤਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਕੇਜਰੀਵਾਲ ਲੱਗਦਾ ਹੈ ਕਿ ਵੀ ਅੱਗੇ ਵੀ ਮੁੱਖ ਮੰਤਰੀ ਬਣਨ ਦੇ ਇੱਛੁਕ ਜਾਂ ਉਹ ਜਿੱਤ ਦੀ ਪੂਰੀ ਆਸ਼ਾ ਰੱਖਦੇ ਨੇ। ਤਾਂ ਹੀ ਕਰਕੇ ਇਹ 45 ਕਰੋੜ ਲਾਇਆ ਕਿ ਵੀ ਇਹਨੂੰ ਪਹਿਲੇ ਕੰਜ਼ਿਊਮ ਤੇ ਕਰ ਲਈਏ, ਇਹਨੂੰ ਪਹਿਲੇ ਇੱਕ ਤਰੀਕੇ ਨਾਲ ਇਹਨੂੰ ਇੰਜੋਏ ਤੇ ਕਰ ਲਈਏ, ਔਰ ਇਹ ਗੱਲਾਂ ਹੀ ਅੱਗੇ ਤੁਰ ਰਹੀ। ਕੇਜਰੀਵਾਲ ਸਾਹਿਬ ਨੂੰ ਚਾਹੀਦਾ ਵੀ ਉਹ ਸਾਹਮਣੇ ਆ ਕੇ ਇੱਕ ਸਟੇਟਮੈਂਟ ਜਾਰੀ ਕਰਨ ਕਿ ਦੋਵੇਂ ਘਰ, ਪ੍ਰਧਾਨ ਮੰਤਰੀ ਸਾਹਿਬ ਦਾ ਤੇ ਇਹਨਾਂ ਦਾ ਆਪਣਾ ਮੁੱਖ ਮੰਤਰੀ ਦਾ, ਇਹ ਲੋਕਾਂ ਲਈ ਖੋਲੇ ਜਾਣ ਤਾਂ ਕਿ ਲੋਕ ਫੈਸਲਾ ਕਰਨ ਕਿ ਪੈਸੇ ਕਿਤੇ ਵੱਧ ਲੱਗੇ ਆ। ਇਹੀ ਮੈਨੂੰ ਲੱਗਦਾ ਸਭ ਤੋਂ ਸੌਖਾ ਹੱਲ ਆ। ਤੇ ਫਿਰ ਲੋਕ ਦੱਸਣਗੇ ਜਾ ਕੇ, ਉਹਦੀ ਭਾਵੇਂ ਟਿਕਟ ਮਾੜੀ ਮੋਟੀ ਦੋਵਾਂ ਦੀ ਲਾ ਦੇਣ, ਸਵਾਦ ਤੇ ਆਊਗਾ, ਦੇਖੀਏ ਸਾਡੇ ਰਾਜੇ ਮਹਾਰਾਜੇ ਕਿੱਥੇ ਰਹਿੰਦੇ ਆ। ਆਪਾਂ ਅੱਗੇ ਵੱਧਦੇ ਆ, ਅੱਗੇ ਵਧਣ ਤੋਂ ਬਿਨਾਂ ਸਾਡੇ ਕੋਲ ਕੋਈ ਚਾਰਾ ਨਹੀਂ ਬਚਿਆ। ਇਹ ਗੱਲ ਠੀਕ ਹੈ ਕਿ ਜਿਹੜੇ ਉਹ ਉੱਪਰਲੇ ਬੰਦੇ ਆ ਉਹ ਕਦੇ ਨਹੀਂ ਕਹਿ ਕੇ ਆਏ ਕਿ ਸਾਨੂੰ VIP ਕਲਚਰ ਵੱਢਦਾ, ਸਾਨੂੰ ਨਹੀਂ ਚੰਗਾ ਲੱਗਦਾ। ਜਿਹੜੇ ਬੰਦੇ ਦੂਜੇ ਸਾਰੇ ਦੇ ਸਾਰੇ ਰਾਜਨੀਤੀ 'ਚ ਆਏ ਆ ਉਹ ਤਾਂ ਆਏ VIP ਕਲਚਰ ਲੈਣ ਲਈ ਆ। ਲੇਕਿਨ ਕੇਜਰੀਵਾਲ ਸਾਹਿਬ ਇਕੱਲੇ ਕਹਿ ਕੇ ਆਏ ਆ ਕਿ ਸਾਨੂੰ VIP ਕਲਚਰ ਤੋਂ ਨਫ਼ਰਤ ਆ, ਅਸੀਂ ਇਹਨੂੰ ਬਦਲਣਾ ਹੈ। ਪ੍ਰਧਾਨ ਮੰਤਰੀ ਬਣ ਕੇ ਵੀ ਬਦਲਣਾ ਸੀ ਉਹਨਾਂ, ਪਰ ਉਹ ਫਸ ਗਏ ਮੈਨੂੰ ਲੱਗਦਾ ਜੇ ਦਿੱਲੀ 'ਚ। ਇੰਦਰਪ੍ਰੀਤ ਜੀ, 14 ਮਿੰਟ ਲੰਘ ਗਏ ਤੁਹਾਡੇ ਤੱਕ ਆਉਂਦਿਆਂ, ਪਰ ਹੁਣ ਗੱਲ ਤੋਰੀਏ। ਅੱਜ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੇ ਜੱਦੀ ਪਿੰਡ ਦੇ ਵਿੱਚ ਆਪਣੇ ਉਸ ਬਾਗ 'ਚ ਜਿਹੜਾ ਉਹ ਹੱਥੀਂ ਕਹਿੰਦੇ ਉਹਨੂੰ ਬਣਾਉਂਦੇ ਸਵਾਰਦੇ ਸੀ, ਉਹਦੇ ਵਿੱਚ 2 ਏਕੜ ਦੀ ਜਗ੍ਹਾ ਤਿਆਰ ਕੀਤੀ ਗਈ ਆ। ਕਾਫੀ ਬੂਟੇ ਕਿੰਨੂਆਂ ਦੇ ਉੱਥੋਂ ਵੱਢ ਕੇ ਇੱਕ ਥੜਾ ਵੀ ਬਣਾਇਆ ਗਿਆ, ਜਿਹੜਾ ਕੱਲ ਸਾਰਾ ਦਿਨ TV ਚੈਨਲ ਦਿਖਾਉਂਦੇ ਰਹੇ ਨੇ। ਅੱਜ ਉਹ ਚਲੇ ਜਾਣਗੇ, ਸਪੁਰਦੇ ਆਤਿਸ਼ ਹੋ ਜਾਣਗੇ, ਸੰਸਕਾਰ ਹੋ ਜਾਊਗਾ। ਕੋਈ ਐਸਾ ਬੰਦਾ ਨਹੀਂ ਰਿਹਾ ਜਿਹੜਾ ਇਸ ਮੌਕੇ ਤੇ, ਖਾਸ ਤੌਰ ਤੇ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਉੱਠ ਕੇ, ਵਿਚਾਰ ਤੋਂ ਉੱਪਰ ਉੱਠ ਕੇ, ਘੋਰ ਵਿਰੋਧੀ ਵੀ ਜਿਹੜੇ ਰਹੇ ਕਿਸੇ ਸਮੇਂ, ਗਹਿ-ਗੱਚ ਸਿਆਸੀ ਸ਼ਰੀਕੇ ਵੀ ਰਹੇ, ਉਹ ਸਾਰੇ ਵਿਅਕਤੀ ਕੱਲ ਉੱਥੇ ਪਹੁੰਚੇ। ਪ੍ਰਧਾਨ ਮੰਤਰੀ ਦੇ ਆਉਣ ਤੋਂ ਬਾਅਦ ਕਾਫੀ ਧੁੰਦ ਛੱਟ ਗਈ। ਬਾਦਲ ਸਾਹਿਬ ਦੀ ਹਸਤੀ ਨੂੰ ਜਿਸ ਤਰੀਕੇ ਨਾਲ ਅੱਗੇ ਵਧਾਇਆ ਗਿਆ ਕੱਲ, ਔਰ ਜਿਵੇਂ ਉਹਨਾਂ ਨੂੰ ਕਾਫਲੇ ਦੇ ਰੂਪ ਦੇ ਵਿੱਚ ਜਿਸ ਤਰੀਕੇ ਨਾਲ ਰਾਵਾਂ ਦੇ ਵਿੱਚ ਵੀ ਇੱਜ਼ਤ ਮਾਣ ਮਿਲਿਆ, ਕਿਸੇ ਵਿਅਕਤੀ ਦਾ ਕਾਫੀ ਵੱਡਾ ਹੋਣਾ। ਇਹੋ ਜਿਹੇ ਮੌਕਿਆਂ ਤੇ ਜਿਹੜੇ ਆਲੋਚਨਾਵਾਂ ਨੇ, ਬਾਕੀ ਚੀਜ਼ਾਂ ਉਹ ਨਾਲ ਨਾਲ ਚੱਲਦੀਆਂ ਹੁੰਦੀਆਂ ਨੇ, ਮੁਲਾਂਕਣ ਹੁੰਦੇ ਰਹਿਣਗੇ, ਇਹ ਵੱਖਰੀ ਗੱਲ ਆ, ਇਹ ਲਗਾਤਾਰ ਹੀ ਰਹਿਣਗੇ। ਪਰ ਜਿਹੜੀ ਸਭ ਤੋਂ ਵੱਡੀ ਬਹਿਸ ਛਿੜ ਗਈ ਔਰ ਸਾਰੀਆਂ ਅਖਬਾਰਾਂ ਨੇ ਇਹਨੂੰ ਪ੍ਰਮੁਖਤਾ ਦਿੱਤੀ ਆ ਕਿ ਕੀ ਹੁਣ ਅਕਾਲੀ BJP ਇਕੱਠੇ ਹੋਣ ਦੀ ਸੰਭਾਵਨਾ ਵੱਧ ਗਈ ਹੈ। ਤੇ ਇਹਦੇ ਨਾਲ ਹੀ ਇੱਕ ਸਵਾਲ ਵੀ ਉੱਠ ਪੈਂਦਾ ਹੈ ਕਿ ਬਸਪਾ ਇੱਕ ਵਾਰੀ ਫਿਰ, ਜਿੱਦਾਂ ਪਹਿਲਾਂ ਅਕਾਲੀ ਦਲ ਬਸਪਾ ਨਾਲੋਂ ਤੋੜ ਵਿਛੋੜਾ ਕਰਕੇ ਤੇ BJP ਨਾਲ ਚਲੇ ਗਿਆ ਸੀ, ਬਸਪਾ ਇੱਕ ਵਾਰੀ ਫਿਰ
ਹਾਸ਼ੀਏ ਤੇ ਚਲੇ ਜਾਊਗੀ, ਠੱਗੀ ਠੱਗੀ ਮਹਿਸੂਸ ਕਰੂਗੀ। ਜੇ ਇੰਜ ਹੁੰਦਾ, ਜੇ ਮੈਂ ਸ਼ਬਦ ਲਾ ਰਿਹਾ, ਗੱਲ ਨੂੰ ਅੱਗੇ ਵਧਾਓ। ਰੰਧਾਵਾ ਸਾਹਿਬ, ਬਿਲਕੁਲ ਤੁਹਾਡੀ ਠੀਕ ਗੱਲ ਹੈ। ਤੁਸੀਂ ਕਿਹਾ ਵੀ ਕੱਲ ਸਾਰੇ ਆਏ ਸੀਗੇ ਉੱਥੇ, ਇੱਕ ਭਗਵੰਤ ਮਾਨ ਨੂੰ ਛੋੜ ਕੇ ਤਕਰੀਬਨ ਸਾਰੇ ਬੰਦੇ ਮੇਰੇ ਖਿਆਲ ਆਏ। ਕੈਪਟਨ ਅਮਰਿੰਦਰ ਸਿੰਘ ਵੀ ਨਹੀਂ ਪਹੁੰਚ ਸਕੇ, ਇਹ ਦੋ ਬੰਦੇ ਨਹੀਂ ਆਏ। ਕੈਪਟਨ ਸਾਹਿਬ ਦਾ ਤਾਂ ਮੈਨੂੰ ਪਤਾ ਹੈ, ਕਿਉਂਕਿ ਉਹ ਤਾਂ ਉਹਨਾਂ ਦਾ ਸ਼ਾਇਦ ਕੋਈ ਪ੍ਰੋਟੋਕਾਲ ਵੀ ਹੈਗਾ, ਇਹਨਾਂ ਦੇ ਮਹਾਰਾਜਿਆਂ ਦੇ ਵਿੱਚ ਚੱਲਦਾ ਹੁੰਦਾ, ਉਹ ਕਦੇ ਵੀ ਨਹੀਂ ਜਾਂਦੇ ਹੁੰਦੇ ਉਹ ਸੰਸਕਾਰ ਤੇ। ਮੈਂ ਬਹੁਤ ਪਹਿਲਾਂ ਵੀ ਦੇਖੇ ਨੇ, ਜਿੱਥੇ ਵੀ ਉਹ ਕਦੇ ਗਏ ਹੀ ਨਹੀਂ, ਉਹ ਇਨ ਬਿਟਵੀਨ ਜਾਂਦੇ ਆ। ਜਦੋਂ ਹੁਣ ਮਤਲਬ ਵਿੱਚ ਆਉਂਦੇ, ਉਹ ਕਦੇ ਨਹੀਂ ਗਏ। ਪਰ ਮੁੱਖ ਮੰਤਰੀ ਜਿਵੇਂ ਹਰਿਆਣਾ ਦੇ ਦੇਖੋ 2 ਵਾਰੀ ਆ ਗਈ, ਉਸ ਦਿਨ ਰਾਤੀ ਵੀ ਆਏ ਸੀਗੇ, ਕੱਲ ਸਵੇਰੇ ਵੀ ਆਏ ਸੀਗੇ, ਤੇ ਅੱਜ ਸ਼ਾਇਦ ਭਗਵੰਤ ਮਾਨ ਜਿਹੜੇ ਹੈਗੇ ਆ ਉਹ ਬਾਦਲ ਪਿੰਡ ਜਾਣਗੇ ਸੰਸਕਾਰ ਦੇ ਵਿੱਚ। ਪਰ ਜਿਹੜੀ ਗੱਲ ਤੁਸੀਂ ਕੀਤੀ, ਜਿਹੜਾ ਇਸ਼ੂ ਉਠਾਇਆ, ਉਹ ਕੱਲ ਉੱਥੇ ਦੇਖਣ ਨੂੰ ਮਿਲ ਰਿਹਾ ਸੀ। ਜਿਸ ਪ੍ਰਕਾਰ ਮਤਲਬ ਇਹ ਸਾਰੇ ਪ੍ਰਧਾਨ ਮੰਤਰੀ ਤੋਂ ਲੈ ਕੇ ਬੀਜੇਪੀ ਦੀ ਲੀਡਰਸ਼ਿਪ, ਤਮਾਮ ਲੀਡਰਸ਼ਿਪ ਉੱਥੇ ਆਈ ਸੀ, ਉਸ ਤੋਂ ਇੱਕ ਨਵਾਂ ਪਰਿਦ੍ਰਿਸ਼ ਜਿਹਾ ਬਣ ਰਿਹਾ ਸੀਗਾ ਵੀ ਕੀ ਦੁਬਾਰਾ ਟੁੱਟੇ ਹੋਏ ਦਿਲ ਜਿਹੜੇ ਹੈਗੇ ਆ ਉਹ ਜੁੜਨ ਜਾ ਰਹੇ ਨੇ, ਜਾਂ ਉਹ ਰਿਸ਼ਤਿਆਂ ਦੇ ਵਿੱਚ ਜਿਹੜੀ ਖਟਾਸ ਸੀਗੀ ਉਹ ਖਤਮ ਹੁੰਦੀ ਜਾ ਰਹੀ ਹੈ। ਇਸ ਤਰ੍ਹਾਂ ਦੇ ਬਹੁਤ ਸਾਰੇ ਆਏ ਸੀ, ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਕਿ ਦੋਨਾਂ ਦਲਾਂ ਨੇ ਪਿਛਲੇ 2 ਸਾਲਾਂ ਦੇ ਵਿੱਚ ਇਹ ਦੇਖ ਲਿਆ ਹੈ ਕਿ ਅੱਡ-ਅੱਡ ਹੋ ਕੇ ਲੜਨ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਪਰ ਹਜੇ ਤੱਕ ਕੋਈ ਇੱਕ ਇਹੋ ਜਿਹਾ ਸਮਾਂ ਨਹੀਂ ਬਣ ਰਿਹਾ, ਜਾਂ ਇਹੋ ਜਿਹਾ ਕੋਈ ਸੰਯੋਗ ਨਹੀਂ ਬਣ ਰਿਹਾ ਕਿ ਦੋਨੋਂ ਇਕੱਠੇ ਹੋ ਜਾਣ, ਕਿ ਕੋਈ ਮੌਕਾ ਇਹੋ ਜਿਹਾ ਕੀ ਆਏ ਕਿ ਦੋਨੋਂ ਇਕੱਠੇ ਗੱਲ ਕਰ ਲੈਣ। ਸੋ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਹੁਣ ਅੱਜ ਸੰਸਕਾਰ ਹੋਏਗਾ, ਉੱਥੇ ਵੀ ਬਹੁਤ ਸਾਰੇ ਲੋਕ ਹੋਣਗੇ ਹੀ, ਔਰ ਉਸ ਤੋਂ ਇਨ ਬਿਟਵੀਨ ਵੀ ਜਦ ਤੱਕ ਭੋਗ ਨਹੀਂ ਪੈਂਦਾ, ਉਦੋਂ ਤੱਕ ਇਹ ਜਿਹੜਾ ਮਿਲਾਣ ਦਾ ਚੱਕਰ ਚੱਲਦਾ ਰਹੇਗਾ। ਤੇ ਸ਼ਾਇਦ ਕਿਤੇ ਨਾ ਕਿਤੇ ਕੋਈ ਇਹੋ ਜਿਹਾ ਇੱਕ ਮੌਕਾ ਲੱਭ ਜੇ ਜਿਸ 'ਚ ਪੋਲੀਟੀਕਲ ਪਾਰਟੀਆਂ ਸੋਚਣ ਕਿ ਨਾ ਸਾਨੂੰ 2024 ਸਾਹਮਣੇ ਹੈਗਾ, ਤਾਂ ਉਹ ਨਵੇਂ ਸਿਰੇ ਤੋਂ ਅਸੀਂ ਆ ਜਾਈਏ। ਮੈਂ ਇਹ ਗੱਲ ਮੈਂ ਇਸ ਕਰਕੇ ਵੀ ਕਹਿ ਰਿਹਾ ਕਿ ਕੱਲ 2 ਚੀਜ਼ਾਂ ਬੜੀਆਂ ਇੰਪੋਰਟੈਂਟ ਸੀਗੀਆਂ। ਇੱਕ ਤਾਂ ਇਹੀ ਜਿਹੜਾ ਸ਼ਰਧਾਂਜਲੀ ਸਮਾਰੋਹ ਸੀਗਾ, ਉੱਥੇ ਸਾਰੇ ਆਪਣਾ ਨਮਨ ਕਰ ਰਹੇ ਸੀ। ਦੂਜਾ, RSS ਦਾ ਤੁਸੀਂ ਇੱਕ ਕੈਂਪ ਲੱਗਿਆ ਹੋਇਆ ਉੱਥੇ, ਤੇ ਉੱਥੇ ਵੀ ਇਹ ਆ ਰਹੀ ਸੀ ਗੱਲ ਕਿ ਉਹ ਹਰ ਜਗ੍ਹਾ ਤੇ ਹਿੰਦੂਤਵ ਨੂੰ ਨਹੀਂ ਵਧਾਉਣਗੇ, ਖਾਸ ਤੌਰ ਤੇ ਉੱਥੇ ਪੰਜਾਬ ਵਰਗੇ, ਜੰਮੂ ਕਸ਼ਮੀਰ ਵਰਗੇ ਏਰੀਆਜ਼ ਦੇ ਵਿੱਚ ਜਿੱਥੇ ਹਿੰਦੂਤਵ ਦਾ ਏਜੰਡਾ ਉਹਨਾਂ ਦਾ ਨਹੀਂ ਚੱਲਦਾ, ਉੱਥੇ ਉਹ ਰਾਸ਼ਟਰੀਅਤਾ ਨੂੰ ਲੈ ਕੇ ਆਣਗੇ। ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈਗਾ, ਇਹ ਵੀ ਨੈਸ਼ਨਲਿਜ਼ਮ ਵੱਲ ਹੀ ਜ਼ਿਆਦਾ ਰਹਿੰਦਾ। ਅਦਰਵਾਈਜ਼ ਇਹਨਾਂ ਦੀ ਉਹ ਤਾਂ ਹੈਗੀ ਹੈ ਕਿ ਅਸੀਂ ਰੀਜਨਲ ਪਾਰਟੀਆਂ, ਪਰ ਇਹ ਸਪੋਰਟ ਅੱਜ ਕੱਲ ਜ਼ਿਆਦਾ ਨੈਸ਼ਨਲਿਜ਼ਮ ਨੂੰ ਕਰਦੇ ਆ। ਤਾਂ ਮੈਨੂੰ ਲੱਗਦਾ ਕਿ ਇਹ ਜਿਹੜਾ 2024 ਨੂੰ ਸਾਹਮਣੇ ਰੱਖ ਕੇ ਜੋ ਗਤੀਵਿਧੀਆਂ ਬੀਜੇਪੀ ਕਰੇਗੀ, ਉਸ ਤੋਂ ਮੈਨੂੰ ਇਹ ਲੱਗ ਰਿਹਾ ਹੈ ਵੀ ਸ਼ਾਇਦ ਕਿਤੇ ਨਾ ਕਿਤੇ ਇਹ ਮੌਕਾ ਬਣ ਜੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੁਬਾਰਾ ਤੋਂ ਇਕੱਠੇ ਹੋ ਜਾਣ। ਪਰ ਹਾਂ, ਇਹਦੇ ਵਿੱਚ ਇੱਕ ਇਹ ਹੈ ਕਿ ਸਟੇਟ ਲੀਡਰਸ਼ਿਪ ਜਿਹੜੀ ਹੈਗੀ ਹੈ, ਜਿਹੜੀ ਪਹਿਲਾਂ ਕਿਸੇ ਟਾਈਮ ਇਹ ਵਿਰੋਧ ਕਰਦੀ ਹੁੰਦੀ ਸੀ ਕਿ ਸਾਨੂੰ ਇਕੱਲਿਆਂ ਲੜਨਾ ਚਾਹੀਦਾ ਹੈ, ਉਹੀ ਸਟੇਟ ਲੀਡਰਸ਼ਿਪ ਜਿਹੜੀ ਹੈਗੀ ਹੈ, ਉਹੀ ਉਹਨੇ ਹੀ ਕਹਿਣਾ ਸ਼ੁਰੂ ਕਰਤਾ ਹੈ ਕਿ ਸਾਨੂੰ ਇਕੱਠੇ ਹੀ ਹੋਣਾ ਚਾਹੀਦਾ ਹੈ, ਅਲੱਗ-ਅਲੱਗ ਹੋ ਕੇ ਗੱਲ ਬਣ ਨਹੀਂ ਰਹੀ ਹੈ। ਪਰ ਬਿਲਕੁਲ ਤੁਸੀਂ ਉਹ ਠੀਕ ਕਹਿ ਰਹੇ ਸੀਗੇ ਕਿ ਬਸਪਾ ਦਾ ਕੀ ਹੋਏਗਾ, ਬਹੁਜਨ ਸਮਾਜ ਪਾਰਟੀ ਜਿਹੜੀ ਹੈਗੀ ਹੈ, ਉਸ ਸਥਿਤੀ ਦੇ ਵਿੱਚ ਉਹਨਾਂ ਦਾ ਕੀ ਹੋਏਗਾ, ਇਹ ਸਵਾਲ ਹਜੇ ਗਰਭ ਦੀ ਜੂਨ 'ਚ ਨੇ। ਤੇ ਦੇਖੋ ਜਦੋਂ ਇਹ ਨਵੇਂ ਪੋਲੀਟੀਕਲ ਸਮੀਕਰਨ ਬਣਨਗੇ, ਉਸ ਤੋਂ ਬਾਅਦ ਇਸ ਦੇ ਉੱਤੇ ਵੀ ਕੋਈ ਨਾ ਕੋਈ ਗੱਲ ਹੋਏਗੀ। ਇਹ ਅੱਗੇ ਹੋਣਾ ਹੈ, ਇਸ ਇਲੈਕਸ਼ਨ ਤੋਂ ਬਾਅਦ ਹੋਣਾ, 24 ਤੋਂ ਪਹਿਲਾਂ ਹੋਣਾ। ਪਰ ਕਈ ਵਾਰੀ ਪੋਲੀਟੀਕਲੀ ਨੁਕਸਾਨ ਇਸ ਤਰ੍ਹਾਂ ਦੀਆਂ ਗੱਲਾਂ ਦੇ ਵੀ ਬਹੁਤ ਹੋ ਜਾਂਦੇ ਆ। ਇਹ ਨਾ ਹੋਵੇ ਕਿ ਬਸਪਾ ਦੀ ਲੀਡਰਸ਼ਿਪ ਤੇ ਉਹਨਾਂ ਦਾ ਵਰਕਰ ਕਿਤੇ ਇਸ ਇਲੈਕਸ਼ਨ ਦੇ ਵਿੱਚ ਹੀ ਇਸ ਸੋਚ ਨੂੰ ਅੱਗੇ ਲੈ ਕੇ ਵੱਜੇ ਕਿ ਸਾਡੇ ਨਾਲ ਕੱਲ ਨੂੰ ਕੀ ਹੋਣ ਵਾਲਾ, ਤੇ ਜਲੰਧਰ ਦੀ ਇਲੈਕਸ਼ਨ ਦੇ ਵਿੱਚ ਕੋਈ ਨੁਕਸਾਨ ਨਾ ਹੋਣ। ਇਹ ਵੀ ਵੱਡੇ ਸਵਾਲ ਆ। ਜੇ ਇਹ ਗੱਲ ਜ਼ਿਆਦਾ ਫੜ ਲੈਂਦੀ ਆ ਤਾਂ ਬਸਪਾ ਦਾ ਵੋਟਰ ਤੇ ਕਾਡਰ ਕਿਵੇਂ ਇਹਨਾਂ ਨਾਲ ਤੁਰੂਗਾ, ਇਹ ਸਵਾਲ ਹੈ। ਇੱਕ ਸਵਾਲ ਹੋਰ ਵੀ ਹੈ, ਇਸ ਵਾਰੀ ਜਦੋਂ ਗਠਬੰਧਨ ਦੀ ਗੱਲ ਤੁਰੂਗੀ, ਜਿਹੜਾ ਕਿ ਨਰੋਲ ਭਾਜਪਾ ਦੀਆਂ ਟਰਮਸ ਤੇ ਹੋਣ ਵਾਲਾ ਹੈ, ਕਿਉਂਕਿ 24 ਦੇ ਵਿੱਚ ਉਹਨਾਂ ਨੂੰ ਲੋੜ ਆ। ਜੇਕਰ ਚਾਹਣਗੇ ਵੀ ਸਾਨੂੰ ਲੋੜ ਆ ਤੇ ਫਿਰ ਹੋਣਾ, ਉਦਾਂ ਨਹੀਂ। ਜੇਕਰ ਉਹ ਲੋੜ ਸਮਝਣਗੇ ਤਾਂ ਫਿਰ ਜਿਹੜੇ ਕਾਂਗਰਸ ਦੇ ਵਿੱਚੋਂ ਘੱਟੋ ਘੱਟ ਉਸ ਕੱਦ ਦੇ 20 ਤੋਂ ਵੱਧ ਬੰਦੇ ਆ ਚੁੱਕੇ ਆ ਜਿਨ੍ਹਾਂ ਨੂੰ ਟਿਕਟਾਂ ਚਾਹੀਦੀਆਂ ਹੋਣਗੀਆਂ। ਅਕਾਲੀ ਦਲ ਨਾਲ ਇਹ ਗਠਬੰਧਨ 50-50 ਤੋਂ ਅੱਗੇ ਪਿੱਛੇ ਜਾਣ ਵਾਲਾ ਨਹੀਂ। ਇਹ ਆਖਰ ਗੱਲ 50-50 ਤੇ ਮੁੱਕਣੀ ਹੈ, ਇਸ ਤੋਂ ਥੱਲੇ ਨਹੀਂ ਮੁੱਕਣੀ। ਕਿ ਇਹ ਅਕਾਲੀ ਦਲ ਨੂੰ ਵਾਰਾ ਖਾਊਗਾ? ਅਗਲੇ ਦਿਨ ਬਹੁਤ ਔਖੇ ਹੋਣ ਵਾਲੇ ਆ। ਜੇ ਬਿਲਕੁਲ ਹੀ ਅਕਾਲੀ ਦਲ ਦੀ ਦਾਲ ਗਲਦੀ ਨਾ ਦੇ ਸੀ ਤਾਂ ਫਿਰ ਉਹ 50-50 ਤੱਕ ਆਉਣ ਲਈ ਮਜਬੂਰ ਹੋਣਗੇ। ਪਰ ਉਦੋਂ ਆਪਣੀ ਇਸ ਪਾਰਟੀ ਦੀ ਆਪਣੀ ਨਿੱਜੀ
ਜਿਹੜੀ ਸਮਰੱਥਾ ਹੋਊਗੀ ਉਹ ਕਿੱਥੇ ਹੋਊਗੀ। ਫਿਰ ਉਹ ਨੈਗੋਸੀਏਸ਼ਨ ਸੈਕੰਡਰੀ ਚੀਜ਼ ਆ, ਪਰ ਕੱਲ ਨੂੰ ਸਰਕਾਰਾਂ ਬਣਾਉਣ ਲਈ ਇਹ ਕੀ ਕਰ ਸਕਣਗੇ। ਜੇ ਸਭ ਤੋਂ ਪਹਿਲਾਂ 24 ਚ ਇਹ 7-6 ਨਾਲ ਵੀ ਲੜਦੇ ਆ ਤੇ ਹੁਣ 7 ਕਿਹਦੇ ਕੋਲ ਹੋਣਗੀਆਂ, ਇਹ ਵੀ ਹੋਊਗਾ। ਭਾਸਕਰ ਸਾਹਿਬ ਬਹੁਤ ਸੰਖੇਪ ਚ ਗੱਲ ਕਰਿਓ, ਮੈਂ ਤੁਹਾਡੇ ਕੋਲ ਨਵਜੋਤ ਸਿੰਘ ਸਿੱਧੂ ਵਾਲਾ ਮਾਮਲਾ ਲੈ ਕੇ ਆਉਣਾ। ਪ੍ਰਧਾਨ ਮੰਤਰੀ ਦੇ ਕੱਲ ਬਾਦਲ ਸਾਹਿਬ ਦੇ ਅੰਤਿਮ ਦਰਸ਼ਨ ਵਾਸਤੇ ਪਹੁੰਚਣਾ ਤੇ ਪਹੁੰਚਣ ਤੋਂ ਬਾਅਦ ਇਦਾਂ ਦੀ ਗੱਲਾਂ ਚੱਲਣਾ ਕਿ ਆਉਣ ਵਾਲੇ ਟਾਈਮ ਵਿੱਚ ਅਲਾਈਅੰਸ ਹੋ ਸਕਦਾ ਹੈ ਬੀਜੇਪੀ ਦਾ ਤੇ ਅਕਾਲੀ ਦਲ ਦਾ। ਮੈਨੂੰ ਇਹ ਲੱਗਦਾ ਬਹੁਤ ਜਲਦੀ ਹੈ ਇਹ ਕਹਿਣਾ, ਕਾਰਨ ਕਿ ਇਹਨਾਂ ਗੱਲਾਂ ਦੇ ਉੱਤੇ ਬਹੁਤ ਵਾਰ ਪਹਿਲੇ ਵੀ ਗੱਲ ਹੋ ਚੁੱਕੀ ਹੈ। ਜਦ ਤੋਂ ਸੁਖਬੀਰ ਸਿੰਘ ਬਾਦਲ ਉਹਨਾਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਤੇ ਉਹ ਪ੍ਰਧਾਨ ਬਣਨ ਤੋਂ ਬਾਅਦ ਹੀ ਇਹ ਅਲਾਈਅੰਸ ਟੁੱਟਿਆ ਸੀਗਾ, ਔਰ ਟੁੱਟਣ ਦੀ ਵਜ੍ਹਾ ਵੀ ਇਸ ਕਰਕੇ ਸੀਗੀ ਕਿ ਕਿਸਾਨ ਜਿਹੜੇ ਕਾਨੂੰਨ ਸੀਗੇ ਜਿਹੜੇ ਐਗਰੀਕਲਚਰ ਕਾਨੂੰਨ ਸੀਗੇ ਉਹਨਾਂ ਦੇ ਉੱਤੇ ਇਤਰਾਜ਼ ਸੀਗਾ। ਹੁਣ ਇਹ ਗੱਲਾਂ, ਕਿਉਂਕਿ ਅਸ਼ਵਨੀ ਸ਼ਰਮਾ ਉਹਨਾਂ ਦਾ ਵੀ ਕੱਲ ਬਿਆਨ ਆਇਆ, ਉਹ ਕਹਿੰਦਾ ਇਸ ਤਰੀਕੇ ਦੀ ਗੱਲਾਂ ਤੋਂ ਉਹਨਾਂ ਦਾ ਕਹਿਣਾ ਆਇਆ ਸੀਗਾ ਕਿ ਬਿਲਕੁਲ ਅਟਕਲਾਂ ਲਾਣੀ ਬਿਲਕੁਲ ਗਲਤ ਹੈ, ਔਰ ਬੀਜੇਪੀ ਤੇ ਅਕਾਲੀ ਦਲ ਦਾ ਅਲਾਈਅੰਸ ਨੀਅਰ ਫਿਊਚਰ ਨਹੀਂ ਹੋ ਸਕਦਾ। ਔਰ ਇਹਨਾਂ ਗੱਲਾਂ ਨੂੰ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਬੀਜੇਪੀ ਔਰ ਅਕਾਲੀ ਦਲ ਦਾ ਅਲਾਈਅੰਸ ਹੁੰਦਾ ਤੇ ਫਿਰ ਅਸੈਂਬਲੀ ਇਲੈਕਸ਼ਨ ਦੇ ਵਿੱਚ ਘੱਟ ਤੋਂ ਘੱਟ 46 ਸੀਟਾਂ ਉਹ ਜਿੱਤਦੇ। ਇਹਨਾਂ ਗੱਲਾਂ ਦੇ ਉੱਤੇ ਪੋਲੀਟੀਕਲ ਗੱਲਾਂ ਜ਼ਰੂਰ ਤੁਰਨੀ ਸ਼ੁਰੂ ਹੋ ਗਈ ਹੈ, ਪਰ ਜਲੰਧਰ ਦੇ ਵਿੱਚ ਦੋਨੋਂ ਪੋਲੀਟੀਕਲ ਪਾਰਟੀਆਂ ਅਕਾਲੀ ਦਲ ਵੀ ਔਰ ਭਾਜਪਾ ਵੀ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕਰ ਰਹੀਆਂ। ਭਾਜਪਾ ਰੂਰਲ ਏਰੀਆ ਦੇ ਵਿੱਚ ਪੂਰਾ ਜ਼ੋਰ ਲਾ ਰਹੀ ਹੈ ਕਿ ਪਿੰਡਾਂ ਦੇ ਵਿੱਚੋਂ ਵੱਧ ਤੋਂ ਵੱਧ ਵੋਟ ਭਾਜਪਾ ਨੂੰ ਮਿਲੇ, ਔਰ ਦੂਜੇ ਪਾਸੇ ਅਕਾਲੀ ਦਲ ਸ਼ਹਿਰਾਂ ਦੇ ਵਿੱਚ ਆਪਣੇ ਰਾਜਨੀਤਿਕ ਆਧਾਰ ਨੂੰ ਹੁਣ ਦੁਬਾਰਾ ਰਿਵਾਈਵ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਗੱਲਾਂ ਤੋਂ ਇਹ ਤੇ ਲੱਗਦਾ ਹੈ ਕਿ ਆਉਣ ਵਾਲੇ ਟਾਈਮ ਵਿੱਚ ਜਦ ਦੋਨੋਂ ਪੋਲੀਟੀਕਲ ਪਾਰਟੀਆਂ ਨੂੰ ਇਹ ਲੱਗਣਾ ਸ਼ੁਰੂ ਹੋ ਜਾਏ ਵੀ ਇੱਕ ਦੂਜੇ ਤੋਂ ਬਗੈਰ ਗੁਜ਼ਾਰਾ ਨਹੀਂ ਹੈ, ਤੇ ਇਹ ਗੱਲਾਂ ਸ਼ੁਰੂ ਵੀ ਹੋ ਸਕਦੀ। ਜਦੋਂ ਇਹ ਨਤੀਜੇ ਆਉਣਗੇ ਤੇ ਉਹ ਫੈਸਲਾ ਕੁੰਨ ਹੋਣਗੇ ਕਿ ਕੱਲਿਆਂ ਲੜਨ ਚ ਨੁਕਸਾਨ ਕੀ ਨੇ ਤੇ ਫਾਇਦੇ ਕੀ ਨੇ। ਜਦੋਂ ਅਨਸਰ ਦੀ ਲੋੜ ਹੋਊਗੀ ਉਦੋਂ ਲੋੜ ਹੋਊਗੀ ਕਿ ਫੈਸਲੇ ਲਏ ਜਾਣ। ਉਸ ਤੋਂ ਪਹਿਲਾਂ ਮਹਿਜ ਅਫਵਾਹਾਂ ਨੇ। ਤੁਸੀਂ ਠੀਕ ਕਹਿ ਰਹੇ ਹੋ, ਅਕਾਲੀ ਦਲ ਨੂੰ ਹੁਣ ਬਹੁਤ ਨੀਵੇਂ ਆ ਕੇ ਇਹ ਗੱਠਜੋੜ ਕਰਨਾ ਪਵੇ ਤੇ ਉਹ ਕਰ ਸਕਣਗੇ ਕਿ ਨਹੀਂ। ਔਰ ਜਿੰਨੇ ਬੰਦੇ ਬੀਜੇਪੀ ਦੇ ਵਿੱਚ ਨਵੇਂ ਆ ਚੁੱਕੇ ਆ ਉਹਨਾਂ ਨੂੰ ਐਡਜਸਟ ਕਿੱਥੇ ਕਰਨਾ। ਪਹਿਲਾਂ ਤਾਂ ਹਿੰਦੂ ਪਾਕਟਸ ਦੇ ਵਿੱਚ, ਖਾਸ ਤੌਰ ਤੇ ਸ਼ਹਿਰੀ ਪਾਕਟਸ ਦੇ ਵਿੱਚ ਇਹਨਾਂ ਨੂੰ ਟਿਕਟਾਂ ਦੇ ਕੇ ਉਹ ਸੀਟਾਂ ਛੱਡ ਕੇ ਸਰ ਜਾਂਦਾ ਸੀ, ਪਰ ਹੁਣ ਸ਼ਾਇਦ ਸੰਭਵ ਨਾ ਹੋਵੇ। ਆਪਾਂ ਭਾਸਕਰ ਸਾਹਿਬ ਇਹਨੂੰ ਵੀ ਸੰਖੇਪ ਚ ਹੀ ਰੱਖਿਓ ਜ਼ਰਾ, ਕਾਫੀ ਅੱਗੇ ਲੰਘ ਆਏ ਆ। ਨਵਜੋਤ ਸਿੰਘ ਸਿੱਧੂ ਹਾਈ ਕੋਰਟ ਚਲੇ ਗਏ Z+ ਸਿਕਿਉਰਿਟੀ ਲਈ। ਅੱਜ ਦੇ ਦਿਨ ਚ ਸਿੱਧੂ ਸਾਹਿਬ ਦੇ ਥ੍ਰੈਟ ਕਿੰਨੇ ਨੇ, ਉਹਨਾਂ ਨੂੰ ਕਿੰਨਾ ਕੁ ਖਤਰਾ, ਮੈਨੂੰ ਨਹੀਂ ਪਤਾ। ਇਹ ਉਹਨਾਂ ਦੇ ਨਿੱਜੀ ਮਾਮਲੇ ਨੇ ਔਰ ਇਹ ਸਟੇਟ ਹੀ ਦੱਸ ਸਕਦੀ ਆ ਕਿ ਉਹ ਕਿੰਨੇ ਖਤਰੇ ਚ ਆ, ਉਹਨਾਂ ਦੇ ਦੁਸ਼ਮਣ ਕੌਣ ਨੇ, ਉਹਨਾਂ ਨੂੰ ਜਿਹੜੇ ਲੁਕਵੇਂ ਖਤਰੇ ਕਿੰਨੇ ਆ। ਪਰ ਆਮ ਤੌਰ ਤੇ ਮਾਸਸ ਦੇ ਆਗੂ ਜਿਹੜੇ ਲੋਕਾਂ ਚ ਰਹਿਣਾ ਚਾਹੁੰਦੇ ਆ, ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਣ ਦੀ ਵੀ ਲੋੜ ਹੁੰਦੀ ਆ। ਨਵਜੋਤ ਸਿੰਘ ਸਿੱਧੂ ਕੋਲ ਜੇ 15 ਦੇ ਆਸ-ਪਾਸ ਬਾਡੀਗਾਰਡ ਹੈਗੇ ਨੇ, ਸਿਕਿਉਰਿਟੀ ਦੇ ਲੋਕ ਹੈਗੇ ਆ, ਤਾਂ ਸਫੀਸ਼ੀਐਂਟ ਸੀ। ਉਹ ਫੀਲਡ ਵਿੱਚ ਵਿਚਰ ਕੇ ਜਿਵੇਂ ਅੱਗੇ, ਕਿਉਂਕਿ ਜੇ ਤੁਸੀਂ ਫੀਲਡ ਵਿੱਚ ਜ਼ਿਆਦਾ ਨਹੀਂ ਵਿਚਰ ਰਹੇ ਫਿਰ ਸਿਕਿਉਰਿਟੀ ਦੀ ਇੰਨੀ ਲੋੜ ਵੀ ਨਹੀਂ ਪੈਂਦੀ। ਸੋ ਇਹ ਸਵਾਲ ਵੀ ਕਾਫੀ ਵੱਡਾ ਹੈ ਕਿ ਨਵਜੋਤ ਸਿੰਘ ਸਿੱਧੂ ਜਿਹੜੀ ਆਦਰਸ਼ਿਕ ਸਿਆਸਤ ਨਾਲੋਂ ਇਸ ਤਰ੍ਹਾਂ ਦੀ ਪੋਲਿਟਿਕਸ ਉਹਨਾਂ ਨੂੰ ਵਾਰਾ ਖਾਊ ਕਿ ਨਹੀਂ। ਨਵਜੋਤ ਸਿੰਘ ਸਿੱਧੂ ਦਾ ਹਾਈ ਕੋਰਟ ਜਾ ਕੇ Z+ ਸਿਕਿਉਰਿਟੀ ਮੰਨਣਾ, ਜਿਹਦੇ ਵਿੱਚ ਅੱਜ ਸੁਣਵਾਈ ਹੋਣੀ ਹੈ, ਭਾਵੇਂ ਉਹਨਾਂ ਨੂੰ ਸਿਕਿਉਰਿਟੀ ਮਿਲਦੀ ਹੈ ਨਹੀਂ ਮਿਲਦੀ ਹੈ, ਪਰ ਉਹਨਾਂ ਦੀ ਇਸ ਮੂਵ ਨੂੰ ਅਗਰ ਪੋਲੀਟੀਕਲ ਚਸ਼ਮੇ ਦੇ ਰਾਹੀਂ ਦੇਖੋ ਤੇ ਕਿਸੇ ਨਾ ਕਿਸੇ ਜਗ੍ਹਾ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਕੱਦ ਛੋਟਾ ਹੁੰਦਾ ਹੈ, ਔਰ ਜਿਸ ਤਰੀਕੇ ਨਾਲ ਅਗਰ ਉਹਨਾਂ ਨੂੰ ਕੋਈ ਥ੍ਰੈਟ ਪਰਸੈਪਸ਼ਨ ਹੈਗੀ ਹੈ, ਥ੍ਰੈਟ ਪਰਸੈਪਸ਼ਨ ਦੇ ਬੇਸ ਤੇ ਉਹ ਆਪਣੀ ਸਿਕਿਉਰਿਟੀ ਵੀ ਰੱਖ ਸਕਦੇ ਨੇ। ਉਹ ਇੱਕ ਤਰਫ ਤੇ ਇਹ ਕਹਿੰਦੇ ਨੇ ਮੈਨੂੰ ਕਿਸੇ ਵੀ ਸਿਕਿਉਰਿਟੀ ਦੀ ਲੋੜ ਨਹੀਂ, ਜੇ ਮੈਂ ਆਪਣੇ ਆਪ ਆਪਣੀ ਜਾਨ ਦੀ ਰੱਖਿਆ ਖੁਦ ਕਰ ਸਕਦਾ, ਔਰ ਦੂਜੇ ਪਾਸੇ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਣਾ। ਇਹ ਉਦਾਂ ਦੀ ਹੀ ਗੱਲ ਲੱਗਦੀ ਹੈ ਜਿੱਦਾਂ ਕੇਜਰੀਵਾਲ ਉਹਨਾਂ ਕਹਿੰਦੇ ਨੇ ਸਾਨੂੰ VIP ਕਲਚਰ ਪਸੰਦ ਨਹੀਂ, ਔਰ ਆਪਣੇ ਘਰ ਦੇ ਉੱਤੇ 45 ਕਰੋੜ ਰੁਪਏ ਰੈਨੋਵੇਸ਼ਨ ਦੇ ਉੱਤੇ ਲਾਦੇ ਨੇ। ਦੋਨੋਂ ਗੱਲਾਂ ਨੂੰ ਤੁਸੀਂ ਮੈਚ ਕਰੋ ਤੇ ਦੋਨੋਂ ਗੱਲਾਂ ਦੇ ਵਿੱਚ ਸਿਮਿਲੈਰਿਟੀ ਵੀ ਹੈਗੀ ਹੈ, ਔਰ ਸਿਕਿਉਰਿਟੀ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਇਹ ਤੇ ਚਲੋ ਕੋਰਟਾਂ ਨੇ ਡਿਸੀਜਨ ਲੈਣਾ ਹੈ, ਪਰ ਉਹਨਾਂ ਦਾ ਸਿਕਿਉਰਿਟੀ ਮੰਗਣਾ ਵੀ ਉਹਨਾਂ ਨੂੰ ਅੰਡਰਮਾਈਨ ਕਰਦਾ, ਉਹਨਾਂ ਦੇ ਸਿਆਸੀ ਕੱਦ ਨੂੰ ਥੋੜਾ ਜਿਹਾ ਥੱਲੇ ਲੈ ਕੇ ਆਉਂਦਾ। ਇੰਦਰਪ੍ਰੀਤ ਜੀ, ਜਦੋਂ ਹਿਮਾਚਲ ਨੇ ਵਾਟਰ ਸੈਸ ਲਾਇਆ ਸੀਗਾ, ਪੰਜਾਬ ਦੇ ਉੱਤੇ 500-700 ਕਰੋੜ ਦਾ ਬੋਝ ਪੈਣ ਦਾ ਰੌਲਾ ਪੈ ਗਿਆ, ਉਦੋਂ ਪੰਜਾਬ ਸਰਕਾਰ ਨੇ ਕਿਹਾ ਅਸੀਂ ਲੱਗਣ ਨਹੀਂ ਦਿਆਂਗੇ। ਫਿਰ ਇੱਕ ਦਿਨ ਅਚਨਚੇਤ ਹਿਮਾਚਲ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਆਉਂਦੇ ਆ, ਉਹ ਕਹਿੰਦੇ ਮਿਲ ਬਹਿ ਕੇ ਮਸਲਾ ਸੁਲਝਾ ਲਾਂਗੇ, ਅਸੀਂ ਇੱਕੋ ਹੀ ਆ, ਛੋਟੇ ਵੱਡੇ ਭਰਾ ਆ। ਇਸ ਤੋਂ ਬਾਅਦ ਕੇਂਦਰ ਇਹਦੇ ਤੇ ਸਖਤ ਹੋ ਜਾਂਦਾ ਔਰ ਕੇਂਦਰ ਕਹਿੰਦਾ ਕਿ ਇਹ ਗਲਤ ਹੈ, ਔਰ ਉਹਨਾਂ ਨੂੰ ਇੱਕ ਫਟਕਾਰ ਵੀ ਲਾਉਂਦਾ ਹੈ, ਝਿੜਕਦਾ ਵੀ ਹੈ। ਇਸ ਤੋਂ ਬਾਅਦ ਹਿਮਾਚਲ ਸਰਕਾਰ ਦੇ ਅੰਦਰ ਕਨਸੋ ਸ਼ੁਰੂ ਹੋ ਜਾਂਦੀ ਕਿ ਅਸੀਂ ਇਹਨੂੰ ਕੋਰਟਾਂ ਕਚਹਿਰੀਆਂ ਚ ਲੈ ਕੇ ਜਾਵਾਂਗੇ। ਹੁਣ ਸਥਿਤੀ ਕੀ ਹੈ?
ਰੰਧਾਵਾ ਸਾਹਿਬ ਦੇਖੋ, ਜਿਹੜੀ ਕੱਲ ਲੈਟਰ ਪਰਸੋਂ ਭੇਜੀ ਹੈ ਮਿਨਿਸਟਰੀ ਆਫ ਐਨਰਜੀ ਨੇ, ਉਹ ਮੈਨੂੰ ਲੱਗਦਾ ਕਿ ਬੜੀ ਇੰਪੋਰਟੈਂਟ ਹੈ। ਉਹਦੇ ਚ ਜਿਹੜੇ ਕੁਝ ਦੇਖੋ ਕਨਸਟੀਟਿਊਸ਼ਨ ਦੇ ਹਵਾਲੇ ਤਾਂ ਦਿੱਤੇ ਹੀ ਗਏ ਆ ਕਿ ਜਿਹੜਾ ਇੱਕ ਬਿਜਲੀ ਮਹਿਕਮਾ ਹੈਗਾ, ਇਹ ਸੈਂਟਰ ਦਾ ਮਹਿਕਮਾ, ਇਹਦੇ ਚ ਤੁਹਾਡਾ ਇੰਨਾ ਰੋਲ ਨਹੀਂ ਹੈ। ਉਹਨਾਂ ਨੇ ਇੱਕ ਜਿਹੜੀ ਲਾਈਨ ਲਿਖੀ ਹੈ ਨਾ, ਉਹ ਬੜੀ ਕਮਾਲ ਦੀ ਹੈ। ਉਹ ਕਹਿ ਰਿਹਾ ਕਿ ਤੁਸੀਂ ਪਾਣੀ ਤੇ ਸੈਸ ਲਾਇਆ, ਐਕਚੁਅਲੀ ਤਾਂ ਇਹ ਟੈਕਸ ਹੈ, ਸੈਸ ਨਹੀਂ ਹੈ, ਟੈਕਸ ਹੈ। ਤੇ ਦੂਜਾ ਇਹ ਕਿ ਜਿਹੜੀ ਪਾਣੀ ਤੋਂ ਬਿਜਲੀ ਪੈਦਾ ਜਿਹੜੀ ਕੀਤੀ ਜਾ ਰਹੀ ਹੈ, ਉਹ ਚ ਪਾਣੀ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ। ਪਾਣੀ ਜਸਟ ਇੱਕ ਸੋਰਸ ਹੈ, ਉਹ ਅੱਗੇ ਵਹਿ ਜਾਂਦਾ ਹੈ, ਬਿਜਲੀ ਬਣ ਕੇ ਸਾਈਡ ਤੇ ਆ ਜਾਂਦੀ ਹੈ। ਪਰ ਜਿੱਥੇ ਬਿਜਲੀ ਤੇ ਉੱਤੇ ਟੈਕਸ ਲੱਗ ਸਕਦਾ ਹੈ, ਉਹ ਲੱਗ ਸਕਦਾ ਹੈ ਜਿੱਥੇ ਖਪਤ ਹੋ ਰਹੀ ਹੋਵੇ। ਅੱਜ ਤੁਸੀਂ ਹਿਮਾਚਲ 'ਚ ਬਿਜਲੀ ਪੈਦਾ ਕਰ ਰਹੇ ਹੋ, ਲੇਕਿਨ ਪਤਾ ਨਹੀਂ ਕਿੰਨੀਆਂ ਸਟੇਟਾਂ ਤੇ ਜਾ ਰਹੀ ਹੈ, ਤੇ ਤੁਹਾਡਾ ਤਾਂ ਫਿਰ ਕੋਈ ਰਾਈਟ ਹੀ ਨਹੀਂ ਉਸ ਤੇ ਲਗਾਉਣ ਦਾ। ਉਹ ਤਾਂ ਦੂਜੀਆਂ ਸਟੇਟਾਂ ਦਾ ਰਾਈਟ ਹੈ, ਤੁਸੀਂ ਨਹੀਂ ਲਗਾ ਸਕਦੇ ਉਹਦੇ ਤੇ। ਇਸ ਤਰ੍ਹਾਂ ਤਾਂ ਕੱਲ ਤੁਸੀਂ ਸੋਲਰ ਵਾਲੇ ਤੇ ਵੀ ਲਾ ਦਿਓ ਵੀ ਧੁੱਪ ਜਿਹੜੀ ਹੈ ਸਾਡੀ ਯੂਜ਼ ਹੋ ਰਹੀ ਹੈ, ਏਅਰ ਵਿੰਡ ਜਿਹੜੀ એનર્ਜੀ ਹੈ, ਉਹ ਵਿੰਡ ਵਾਲੇ ਰਾਜਸਥਾਨ ਵਾਲੇ ਕਹਿ ਦੇਣਗੇ ਕਿ ਅਸੀਂ ਵਿੰਡ ਤੋਂ ਪੈਦਾ ਕਰਦੇ ਹਾਂ એનર્ਜੀ, ਤੇ ਅਸੀਂ ਉਸ ਤੇ ਵੀ ਲਗਾ ਸਕਦੇ ਹਾਂ। ਤੇ ਮੈਨੂੰ ਲੱਗਦਾ ਵੀ ਇਹ ਸਾਰਾ ਗੜਬੜ ਹੋ ਜਾਏਗੀ, ਇਸ ਕਰਕੇ ਤੁਸੀਂ ਨਹੀਂ ਲਗਾ ਸਕਦੇ। ਉਹਨਾਂ ਨੇ ਸਾਰੀਆਂ ਸਟੇਟਾਂ ਨੂੰ ਫਟਕਾਰ ਵੀ ਮਾਰੀ ਹੈ, ਤੇ ਨਾਲ ਹੀ ਪਹਿਲਾਂ ਵੀ ਇੱਕ ਲੈਟਰ ਆਇਆ ਸੀ ਜਿਸ 'ਚ ਉਹਨਾਂ ਨੇ ਕਿਹਾ ਸੀ ਵੀ ਜੇ ਤੁਸੀਂ ਇਸ ਤਰ੍ਹਾਂ ਅੱਗੇ ਵਧੋਗੇ ਤਾਂ ਅਸੀਂ ਫਿਰ ਤੁਹਾਡੀਆਂ ਜਿਹੜੀਆਂ ਗ੍ਰਾਂਟਾਂ ਨੇ ਉਹ ਸਾਰੀਆਂ ਇਸ ਚੀਜ਼ ਬੰਦ ਕਰ ਦਾਂਗੇ। ਹੁਣ ਇਸ ਫੈਸਲੇ ਨਾਲ ਮੈਨੂੰ ਲੱਗਦਾ ਕਿ ਪੰਜਾਬ, ਹਰਿਆਣਾ ਜਾਂ ਬਾਕੀ ਜਿਹੜੇ ਸੂਬੇ ਜਿਨ੍ਹਾਂ ਤੇ ਇਹਦਾ ਅਸਰ ਹੋਣਾ ਸੀਗਾ, ਉਹ ਬਹੁਤ ਰਾਹਤ ਮਹਿਸੂਸ ਕਰਨਗੇ, ਕਿਉਂਕਿ 500 ਕਰੋੜ ਰੁਪਏ ਦਾ ਤਾਂ ਇਕੱਲਾ ਪੰਜਾਬ ਦੇ ਉੱਤੇ ਹੀ ਬੋਝ ਆ ਰਿਹਾ ਸੀ। ਪੰਜਾਬ ਸਰਕਾਰ ਨੇ ਵੀ ਆਪਣੇ ਐਡਵੋਕੇਟ ਜਨਰਲ ਤੋਂ ਇਸ ਦੀ ਰਾਏ ਮੰਗੀ ਸੀ, ਪਰ ਮੈਨੂੰ ਲੱਗਦਾ ਕਿ ਮੈਂ ਪਰਸੋਂ ਤੱਕ ਤਾਂ ਪਤਾ ਕੀਤਾ ਸੀਗਾ, ਉਹ ਰਾਏ ਹਜੇ ਤੱਕ ਆਈ ਨਹੀਂ ਸੀ ਕਿ ਅਸੀਂ ਇਹਦੇ ਉੱਤੇ ਅੱਗੇ ਕਾਨੂੰਨੀ ਤੌਰ ਤੇ ਅੱਗੇ ਵੱਧ ਸਕਦੇ ਹਾਂ ਕਿ ਨਹੀਂ ਵੱਧ ਸਕਦੇ। ਪਰ ਹਰਿਆਣਾ ਨੇ ਇਹ ਤੇ ਜ਼ਰੂਰ ਕੋਸ਼ਿਸ਼ ਕੀਤੀ, ਉਹਨਾਂ ਨੇ ਮਿਨਿਸਟਰੀ ਨੂੰ ਲਿਖਿਆ ਔਰ ਬੜਾ ਸਖਤ ਇਤਰਾਜ਼ ਜਤਾਇਆ। ਇਹ ਜਿਹੜੀ ਚਿੱਠੀ ਆਈ ਹੈਗੀ ਹੈ, ਇਹ ਹਰਿਆਣਾ ਕਰਕੇ ਆਈ ਹੈ, ਨਾ ਕਿ ਪੰਜਾਬ ਕਰਕੇ ਆਈ। ਹਰਿਆਣੇ ਨੇ ਜਿਹੜੀ ਚਿੱਠੀ ਲਿਖੀ ਕੇਂਦਰ ਨੂੰ, ਉਸ ਤੋਂ ਬਾਅਦ ਕੇਂਦਰ ਨੇ ਇਹਦੇ ਜਵਾਬ 'ਚ ਜਿਹੜਾ ਪੱਤਰ ਲਿਖਿਆ ਤੇ ਜਿਹੜੀਆਂ ਕੁਝ ਹਦਾਇਤਾਂ ਨੂੰ ਚਿੱਠੀ ਜਾਰੀ ਕੀਤੀ ਆ, ਉਹਦੀ ਕਾਪੀ ਸਾਡੇ ਕੋਲ ਮੌਜੂਦ ਆ। ਔਰ ਇਹ ਪੰਜਾਬ ਸਰਕਾਰ ਵੀ ਇਹਦੇ ਉੱਤੇ ਥੋੜਾ ਜਿਹਾ ਅੱਗੇ ਵੱਧ ਰਹੀ ਆ। ਉਹ ਕਹਿੰਦੇ ਨਾ, ਈਦ ਪਿੱਛੋਂ ਤੰਬਾ ਆਪਾਂ ਪੂਰਾ ਫੂਕਾਂਗੇ, ਪਰ ਅਸੀਂ ਸਮਾਂ ਰਹਿੰਦਿਆਂ ਨੀਂਦ ਚੋਂ ਨਹੀਂ ਜਾਗਾਂਗੇ। ਭਾਸਕਰ ਸਾਹਿਬ, ਆਪਾਂ ਵਿਜੀਲੈਂਸ ਬਿਊਰੋ ਦਾ ਜ਼ਿਕਰ ਜ਼ਰੂਰ ਕਰ ਲਈਏ। ਪੰਜਾਬ ਦੇ ਵਿੱਚ ਇਸ ਸਰਕਾਰ ਲਈ ਜੇ ਸਭ ਤੋਂ ਵੱਡੀ ਕੋਈ ਰਾਹਤ ਦੀ ਖਬਰ ਸੀ ਤੇ ਉਹ ਸੀ ਕਰਪਸ਼ਨ ਖਿਲਾਫ ਕੰਪੇਨ। ਕਰਪਸ਼ਨ ਦੇ ਖਿਲਾਫ ਵੱਡੇ ਵੱਡੇ ਬੰਦਿਆਂ ਨੂੰ ਹੱਥ ਪਾਉਣਾ ਤੇ ਜੇਲ੍ਹ 'ਚ ਭੇਜਣਾ। ਹੁਣ ਭਾਵੇਂ ਬਹੁਤ ਸਾਰੇ ਕੇਸ ਅਜੇ ਵੀ ਲਗਾਤਾਰ ਇਨਵੈਸਟੀਗੇਸ਼ਨ ਦਾ ਹਿੱਸਾ ਨੇ, ਪਰ ਸਵਾਲ ਇਸ ਗੱਲ ਦਾ ਹੈ ਕਿ ਵਿਜੀਲੈਂਸ ਆਖਰ ਪ੍ਰੋਫੈਸ਼ਨਲ ਲੀਆਂ ਤੇ ਜਾਂਚ ਕਿਵੇਂ ਕਰੇ। ਉਹਦੇ ਕੋਲ ਜਿੰਨਾ ਅਮਲਾ ਫੈਲਾ ਉਹ ਸਾਰੇ ਦਾ ਸਾਰਾ ਉਹ ਪੰਜਾਬ ਪੁਲਿਸ ਕੋਲੋਂ ਲੈਂਦੇ। ਉਹ ਜੇ ਉਹਨਾਂ ਨੇ ਮੰਗ ਕੀਤੀ ਆ ਕਿ ਸਾਨੂੰ ਆਪਣਾ ਵੀ ਇੱਕ ਕੈਡਰ ਬਣਾ ਲੈਣਾ ਚਾਹੀਦਾ ਔਰ ਉਹਨੂੰ ਅਸੀਂ ਟ੍ਰੇਨਡ ਕਰਕੇ ਆਪਣੀਆਂ ਲੋੜਾਂ ਅਨੁਸਾਰ ਅੱਗੇ ਕੰਮ ਦਈਏ, ਇਸ ਗੱਲ ਨੂੰ ਜ਼ਰੂਰ ਤੋਰ ਦਿਓ, ਕਿਉਂਕਿ ਅਜੇ ਪੱਤਰ ਲਿਖਤ ਰੂਪ ਵਿੱਚ ਤਾਂ ਕੋਈ ਸ਼ਾਇਦ ਨਹੀਂ ਗਿਆ। ਇਹ ਜ਼ੁਬਾਨੀ ਗੱਲ ਅੱਗੇ ਤੁਰੀ ਆ, ਇਹ ਹੈ ਕੀ ਆ? ਜਿਸ ਤਰੀਕੇ ਨਾਲ ਵਿਜੀਲੈਂਸ ਦੇ ਵਿੱਚ ਕੇਸਾਂ ਦੀ ਤਾਦਾਦ ਵੱਧ ਰਹੀ ਹੈ, ਔਰ ਤੁਸੀਂ ਦੇਖਿਆ ਹੋਵੇਗਾ ਤਕਰੀਬਨ ਉਹ ਦਿਨ ਹਰ ਰੋਜ਼ ਏਦਾਂ ਦੀ ਖਬਰਾਂ ਛਪਦੀਆਂ ਹੈ ਕਿ ਅੱਜ ਵਿਜੀਲੈਂਸ ਨੇ ਉਹਨੂੰ ਬੁਲਾਇਆ, ਇਹਨੂੰ ਬੁਲਾਇਆ, ਔਰ ਜ਼ਿਆਦਾਤਰ ਕੇਸ ਡਿਸਪ੍ਰੋਪੋਰਸ਼ਨੇਟ ਐਸੈਟ ਦੇ ਹੈਗੇ ਨੇ। 2000 ਕਰੋੜ ਦਾ ਕਥਿਤ ਘੁਟਾਲਾ ਫੂਡ ਐਂਡ ਸਿਵਲ ਸਪਲਾਈ ਡਿਪਾਰਟਮੈਂਟ ਦੇ ਵਿੱਚ, ਉਹਦੇ ਵਿੱਚ ਵੀ ਲੋੜ ਸੀਗੀ ਬਹੁਤ ਸਾਰੇ ਮੁਲਾਜ਼ਮਾਂ ਦੀ, ਕਿਉਂਕਿ ਗੋਡਾਊਨ ਦੇ ਵਿੱਚ ਜਾ ਕੇ ਫਿਜ਼ੀਕਲ ਚੈਕਿੰਗ ਕਰਨੀ, ਉਸ ਤੋਂ ਬਾਅਦ ਕਿਸੇ ਸਿੱਟੇ ਤੇ ਨਿਕਲਣਾ, ਇਹ ਇੱਕ ਬੜੀ ਵੱਡੀ ਐਕਸਰਸਾਈਜ਼ ਸੀਗੀ। ਹੁਣ ਵਿਜੀਲੈਂਸ ਦੇ ਜਿਹੜੇ ਡੀਜੀਪੀ ਨੇ ਔਰ ਚੀਫ ਡਾਇਰੈਕਟਰ ਵੀ ਨੇ, ਉਹਨਾਂ ਨੇ ਇੱਕ ਸਪੈਸ਼ਲ ਕੈਡਰ ਬਣਾਉਣ ਦੀ ਗੱਲ ਕੀਤੀ ਹੈ। 600 ਮੁਲਾਜ਼ਮਾਂ ਦੀ ਇੱਕ ਲੋੜ ਹੈ। ਇਸ ਗੱਲ ਦਾ ਜ਼ਿਕਰ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਡੀਜੀਪੀ ਗੌਰਵ ਯਾਦਵ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਕੀਤਾ ਵੀ ਹੈ, ਔਰ ਮੁੱਖ ਮੰਤਰੀ ਨੂੰ ਇਹ ਗੱਲ ਜ਼ੁਬਾਨੀ ਤੌਰ ਤੇ ਕਹਿ ਦਿੱਤੀ ਗਈ ਹੈ। ਲਿਖਿਤ ਪੱਤਰ ਵੀ ਹੈ, ਲਿਖਣ ਵਾਲੇ ਨੇ ਏਦਾਂ ਦੀ ਕੰਸੋਲ ਲੱਗੀ ਹੈ। ਔਰ ਕਿਉਂਕਿ ਵਿਜੀਲੈਂਸ ਦੇ ਸਟਾਫ ਨੂੰ ਇੱਕ ਸਪੈਸ਼ਲ ਟ੍ਰੇਨਿੰਗ ਦੀ ਲੋੜ ਹੁੰਦੀ ਹੈ। ਹਜੇ ਤੱਕ ਵਿਜੀਲੈਂਸ ਬਿਊਰੋ ਪੁਲਿਸ ਦੇ ਮੁਲਾਜ਼ਮ ਜਾਂ ਫਿਰ ਪੀਡਬਲਿਊਡੀ ਦੇ ਹੋਰ ਮਹਿਕਮੇ ਦੇ ਮੁਲਾਜ਼ਮਾਂ ਦੀ ਪੈਮਾਇਸ਼ ਵਾਸਤੇ ਜਦ ਜਾਂਦੇ ਨੇ ਕਿਸੇ ਵੀ ਪ੍ਰਾਪਰਟੀ ਦੀ, ਤਾਂ ਉਹਨਾਂ ਦੀ ਹੈਲਪ ਲੈਣੀ ਪੈਂਦੀ ਹੈ। ਆਪਣਾ ਇੱਕ ਪਰਮਾਨੈਂਟ ਕੈਡਰ ਬਣਾ ਕੇ ਟ੍ਰੇਨਿੰਗ ਦੇ ਕੇ ਇੱਕ ਵਧੀਆ ਤਰੀਕੇ ਨਾਲ ਕਿਸੇ ਵੀ ਇਨਵੈਸਟੀਗੇਸ਼ਨ ਨੂੰ ਛੇਤੀ ਤੋਂ ਛੇਤੀ ਸਿੱਟੇ ਤੱਕ ਪਹੁੰਚਾਉਣ ਵਾਸਤੇ ਇਹ ਕੈਡਰ ਦੀ ਗੱਲ ਚੱਲੀ ਹੈ। ਔਰ ਇਹ ਗੱਲ ਕਿੰਨੀ ਕੁ ਅੱਗੇ ਜਾਂਦੀ ਹੈ, ਕਿਉਂਕਿ ਮੁੱਖ ਮੰਤਰੀ ਉਹਨਾਂ ਦੇ ਨਾਲ ਵਰਿੰਦਰ ਕੁਮਾਰ, ਉਹਨਾਂ ਦੇ ਰਿਲੇਸ਼ਨ ਕਾਫੀ ਅੱਛੇ ਨੇ, ਔਰ ਉਹਨਾਂ ਦੀ ਕੀਤੀ ਹੋਈ ਮੰਗ ਨੂੰ ਮੁੱਖ ਮੰਤਰੀ ਮੈਨੂੰ ਲੱਗਦਾ ਨਹੀਂ ਕਿ ਕੋਈ ਨਾ ਕਰਨਗੇ। ਪਰ 600 ਮੁਲਾਜ਼ਮ ਸਪੈਸ਼ਲੀ ਤੌਰ ਤੇ ਵਿਜੀਲੈਂਸ ਬਿਊਰੋ ਨੂੰ ਦੇਣਾ, ਇਹ ਪੰਜਾਬ ਪੁਲਿਸ ਅਫੋਰਡ ਕਰ ਪਾਏਗੀ ਕਿ ਨਹੀਂ ਕਰ ਪਾਏਗੀ, ਇਹ ਗੱਲ ਦੇਖਣ ਵਾਲੀ ਹੈ। ਪਰ ਹਾਂ, ਇਹਦੀ ਮੰਗ ਜ਼ਰੂਰ ਹੋ ਸਕਦੀ ਹੈ ਆਉਣ ਵਾਲੇ ਟਾਈਮ ਵਿੱਚ। ਇਹ ਵੀ ਸਵਾਲ ਬਹੁਤ ਵੱਡਾ ਹੋਊਗਾ
ਇਹ ਸਕਰੀਨਿੰਗ ਕਿਵੇਂ ਹੋਊਗੀ ਜੇ ਪਹਿਲਾਂ ਮੌਜੂਦ ਸਟਾਫ ਵਿੱਚੋਂ ਲੋਕ ਲੈਣੇ ਆ? ਕਿਉਂਕਿ ਜੇ ਤੁਸੀਂ ਕਰਪਸ਼ਨ ਦੇ ਖਿਲਾਫ ਮੁਹਿੰਮ ਚਲਾਉਣ ਵਾਲੇ ਲੋਕ ਲੈਣੇ ਆ ਤੇ ਉਹਨਾਂ ਦੀ ਇਮਾਨਦਾਰੀ ਵੀ ਸਟੇਕ ਤੇ ਹੋਊਗੀ, ਉਹ ਇਮਾਨਦਾਰੀ ਚੈੱਕ ਕਰਨੀ ਵੀ ਬਹੁਤ ਜ਼ਰੂਰੀ ਹੈ। ਇੰਦਰਪ੍ਰੀਤ ਜੀ ਕੁਝ ਕਹਿਣਾ ਚਾਹ ਰਹੇ? ਮੈਂ ਇਹੀ ਕਹਿ ਰਿਹਾ ਸੀ, ਦੇਖੋ ਵਿਜੀਲੈਂਸ ਇੱਕ ਪ੍ਰੋਫੈਸ਼ਨਲ ਏਜੰਸੀ ਹੈ। ਅਗਰ ਅਸੀਂ ਉਹਨੂੰ ਜਿਸ ਏਜੰਸੀ ਦਾ ਜੋ ਕੰਮ ਹੈ, ਅਗਰ ਅਸੀਂ ਉਹਨੂੰ ਪ੍ਰੋਫੈਸ਼ਨਲੀ ਉਸ ਤਰ੍ਹਾਂ ਮਤਲਬ ਅਗਰ ਮਜ਼ਬੂਤ ਨਹੀਂ ਬਣਾਉਂਦੇ ਤਾਂ ਮੈਨੂੰ ਲੱਗਦਾ ਕਿ ਫਿਰ ਇਸ ਏਜੰਸੀ ਦਾ ਕੋਈ ਮਕਸਦ ਵੀ ਨਹੀਂ ਰਹਿ ਜਾਂਦਾ। ਇਸ ਕਰਕੇ ਬਹੁਤੇ ਕੇਸ ਅਸੀਂ ਸਿਰੇ ਤੇ ਚੜਾ ਵੀ ਨਹੀਂ ਪਾਉਂਦੇ। ਹੁਣ ਦੇਖੋ ਇਹ 'ਚ ਜਿਹੜਾ ਵਿਜੀਲੈਂਸ ਵਾਲੇ ਜਿਹੜੇ ਕੇਸ ਨੇ ਉਹ ਬਹੁਤ ਡਿਫਰੈਂਟ ਤਰ੍ਹਾਂ ਦੇ ਆ ਰਹੇ ਨੇ, ਤੇ ਲੇਕਿਨ ਬੰਦੇ ਸਾਡੇ ਕੋਲ ਉਸ ਤਰ੍ਹਾਂ ਦੀ ਟ੍ਰੇਨਿੰਗ ਵਾਲੇ ਨਹੀਂ ਹੈ। ਪੁਲਿਸ 'ਚ ਜੋ ਟ੍ਰੇਨਿੰਗ ਹੁੰਦੀ ਹੈ ਉਹ ਟ੍ਰੇਨਿੰਗ ਉਹੀ ਹੈ ਜੋ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਸਮਝਣ ਜਾਂ ਨਿਪਟਣ ਲਈ ਹੈ। ਹੁਣ ਨਵੇਂ ਜਿਹੜੇ ਕੇਸਿਸ ਆ ਰਹੇ ਨੇ, ਜਿਵੇਂ ਕਿਹਾ ਕਿ ਪੈਮਾਇਸ਼ ਕਿਵੇਂ ਕਰਨੀ ਹੈ, ਹੁਣ ਇੱਕ ਦਿਨ ਭੇਜਿਆ ਮੈਨੂੰ ਕਿਸੇ ਬੰਦੇ ਨੇ ਪੂਰਾ ਐਕਟ, ਪੀਸੀ ਐਕਟ, ਜਿਹਦੇ ਤੇ ਪਰਚੇ ਹੋ ਰਹੇ ਨੇ, ਅੱਜ ਕੱਲ ਜ਼ਿਆਦਾ ਤੋਂ ਜ਼ਿਆਦਾ ਪਰਚੇ ਉਹਦੇ ਅਧੀਨ ਹੋ ਰਹੇ। ਉਹ ਕਹਿੰਦੇ ਵੀ ਉਹ ਐਕਟ ਅਗਰ ਤੁਸੀਂ ਬਿਊਰੋਕਰੇਟ ਤੇ ਲਗਾਉਂਦੇ ਹੋ ਤਾਂ ਬਿਲਕੁਲ ਠੀਕ ਹੈ, ਲੇਕਿਨ ਅਗਰ ਤੁਸੀਂ ਪੋਲੀਟੀਸ਼ੀਅਨ ਤੇ ਲਗਾਉਂਦੇ ਹੋ ਫਿਰ ਠੀਕ ਨਹੀਂ ਹੈ, ਕਿਉਂਕਿ ਪੋਲੀਟੀਸ਼ੀਅਨ ਦਾ ਤੁਹਾਨੂੰ ਸਿਰਫ ਉਹ ਵਾਲਾ ਜਿਹੜਾ ਕੀ ਨਾਮ ਹੈ ਸੇਵਾ ਕਾਲ ਹੈ ਜਿਹਦੇ ਵਿੱਚ ਉਹ ਐਮਐਲਏ ਮੰਤਰੀ ਜਾਂ ਕੁਝ ਹੈ, ਤਾਂ ਉਹਨੇ ਪੋਰਸ਼ਨ 'ਚ ਉਹਨੇ ਅਗਰ ਕੋਈ ਜਾਇਦਾਦ ਬਣਾਈ ਹੈ ਤਾਂ ਠੀਕ ਹੈ, ਉਸ ਨੂੰ ਤਾਂ ਤੁਸੀਂ ਉਹ ਕਰ ਸਕਦੇ ਹੋ। ਲੇਕਿਨ ਜੇ ਤੁਸੀਂ ਪੁੱਛੋਗੇ ਵੀ ਸ਼ੁਰੂ ਤੋਂ ਦੱਸ ਤੇਰੇ ਕਿੰਨੇ ਸੀਗੇ, ਤਾਂ ਉਹ ਮੈਚ ਨਹੀਂ ਕਰ ਸਕਦਾ ਉਹਦੇ ਨਾਲ, ਔਰ ਨਾ ਹੀ ਉਹ ਕਾਨੂੰਨ ਦੇ ਅਨੁਸਾਰ ਅਦਾਲਤ 'ਚ ਖੜ ਸਕਦਾ। ਉਹ ਜਿਹੜੀ ਪੁੱਛਗਿੱਛ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਤਾਂ ਕਰ ਸਕਦਾ ਹੈ, ਪਰ ਵਿਜੀਲੈਂਸ ਨਹੀਂ ਕਰ ਸਕਦੀ। ਉਸੇ ਵਿਜੀਲੈਂਸ ਸਿਰਫ ਓਨਾ ਹੀ ਕਰੇਗੀ ਜਿਸ ਸੇਵਾ ਕਾਲ ਦਾ ਉਹ ਰਿਹਾ, ਮੰਤਰੀ ਰਿਹਾ ਜਾਂ ਐਮਐਲਏ ਰਿਹਾ ਜਾਂ ਕੁਝ ਵੀ ਰਿਹਾ। ਤਾਂ ਇਹ ਬੜੇ ਅਨਪ੍ਰੋਫੈਸ਼ਨਲੀ ਢੰਗ ਨਾਲ ਵੀ ਕਈ ਵਾਰ ਚੱਲ ਰਹੇ ਨੇ, ਜਿਹਦੇ ਕਰਕੇ ਕੋਈ ਜ਼ਿਆਦਾ ਸਫਲਤਾ ਨਹੀਂ ਮਿਲਦੀ। ਮੈਨੂੰ ਲੱਗਦਾ ਕਿ ਇਹ ਪ੍ਰਪੋਜ਼ਲ ਠੀਕ ਹੈ ਕਿ ਅਗਰ 600 ਦਾ ਇੱਕ ਕਾਡਰ ਬਣ ਜੇ ਔਰ ਸਪੈਸ਼ਲ ਟ੍ਰੇਨਿੰਗ ਉਹਨਾਂ ਨੂੰ ਉਸ ਕੰਮਾਂ ਲਈ ਹੋਵੇ ਤਾਂ ਸ਼ਾਇਦ ਪ੍ਰੋਫੈਸ਼ਨਲੀ ਉਹ ਜ਼ਿਆਦਾ ਬੈਟਰ ਕੰਮ ਕਰ ਸਕਦੇ। ਇਹ ਤਾਂ ਤੁਸੀਂ ਆ ਨਵੀਂ ਭਸੂੜੀ ਵੱਲ ਇਸ਼ਾਰਾ ਕਰਤਾ ਵੀ ਐਕਟ ਦੇ ਵਿੱਚ ਹੀ ਸੋਧ ਦੀ ਲੋੜ ਆ। ਇਹ ਤਾਂ ਅਸੈਂਬਲੀ 'ਚ ਨਹੀਂ, ਹੋਊਗਾ। ਆਲਰੇਡੀ ਹੈ, ਸੋਧ ਦੀ ਲੋੜ ਨਹੀਂ ਹੈ, ਆਲਰੇਡੀ ਹੈ। ਜਿਹੜੇ 4 ਪ੍ਰੋਵੀਜ਼ਨ ਹੈਗੇ ਨੇ ABCD ਕਰਕੇ, ਪੋਲੀਟੀਸ਼ੀਅਨ ਦੇ ਉੱਤੇ ਡੀਲ ਪਹਿਲਾਂ ਲਗਾ ਰਿਹਾ ਹੈ, ਜਦਕਿ ਸ਼ੁਰੂ ABC ਤੋਂ ਹੋਣਾ ਚਾਹੀਦਾ ਸੀਗਾ। ਉਹ ਅਲੱਗ-ਅਲੱਗ ਨੇ। ਹੁਣ ਮੈਂ ਕਿਉਂਕਿ ਲੈ ਕੇ ਨਹੀਂ ਆਇਆ ਇਸ ਕਰਕੇ, ਨਹੀਂ ਤਾਂ ਮੈਂ ਦੱਸ ਵੀ ਦਿੰਦਾ। ਉਹ ਅਲੱਗ ਨੇ। ਬਿਊਰੋਕਰੇਟ ਤੇ ਇਸ ਕਰਕੇ ਸਹੀ ਲੱਗਦਾ ਕਿਉਂਕਿ ਬਿਊਰੋਕਰੇਟ ਜਿਸ ਦਿਨ ਸੇਵਾ ਕਾਲ 'ਚ ਆ ਜਾਂਦਾ ਹੈ ਔਰ ਅੰਤ ਤੱਕ ਜਦ ਤੱਕ ਉਹ ਰਹਿੰਦਾ ਹੈ, ਉਸ 'ਚ ਜੋ ਵੀ ਉਹਨੇ ਜਾਇਦਾਦ ਬਣਾਈ ਹੈ ਉਸ ਦੀ ਉਹ ਵਿਜੀਲੈਂਸ ਜਾਂਚ ਹੋ ਸਕਦੀ ਹੈ, ਪਰ ਕੋਈ ਐਮਐਲਏ ਜਾਂ ਮੰਤਰੀ ਇਸ ਤਰ੍ਹਾਂ ਨਹੀਂ ਕਰ ਸਕਦਾ। ਹੁਣ ਸਪੋਜ਼ ਕਰੋ ਕਿ ਅੱਜ ਕਿਸੇ ਮਿਨਿਸਟਰ ਨੂੰ ਤੁਸੀਂ, ਇਹ ਸਰਕਾਰ ਦੇ ਕਿਸੇ ਮਿਨਿਸਟਰ ਨੂੰ ਤੁਸੀਂ ਵਿਜੀਲੈਂਸ ਦੇ ਕੇਸ 'ਚ ਫਸਾ ਲਓ, ਕਰਪਸ਼ਨ ਦੇ ਕੇਸ 'ਚ ਫਸਾ ਲਓ, ਤਾਂ ਉਹਨੂੰ ਤਾਂ ਬਣੇ ਨੂੰ 2 ਸਾਲ ਹੋਇਆ, ਤੇ ਤੁਸੀਂ ਕਹੋ ਵੀ ਨਹੀਂ ਤੂੰ ਪੂਰੀ ਪਿਛਲੀ ਵੀ ਆਪਣੇ 20 ਸਾਲ ਦੇ ਕਾਰੋਬਾਰ ਦੇ ਵੀ ਦੱਸ, ਤਾਂ ਉਹ ਮੈਨੂੰ ਲੱਗਦਾ ਕਿ ਕਾਨੂੰਨੀ ਤੌਰ ਤੇ ਠੀਕ ਨਹੀਂ ਹੋਏਗਾ। ਕਾਨੂੰਨੀ ਤੌਰ ਤੇ ਤਾਂ ਉਹ ਸਿਰਫ ਇਨਕਮ ਟੈਕਸ ਵਾਲੇ ਹੀ ਪੁੱਛ ਸਕਦੇ। ਕਿਉਂ ਕਿਸੇ ਨੂੰ ਹੌਲ ਪਵਾਉਣੇ ਜੇ? ਅਜੇ ਬਣਿਆ ਨੂੰ 13 ਮਹੀਨੇ ਹੋਏ, ਤੁਸੀਂ 2 ਸਾਲ ਕਹੀ ਜਾਂਦੇ ਆ। ਇੱਥੇ ਤੇ ਲੋਕ ਨਾ ਜੀ ਉਡੀਕਦੇ ਹੁੰਦੇ ਆ 365 ਨੂੰ 5 ਨਾਲ ਗੁਣਾ ਕਰਕੇ ਵੀ ਸਾਡੇ ਇੰਨੇ ਦਿਨ ਰਹਿ ਗਏ, ਇੰਨੇ। ਇਹ ਅੱਜ ਫੇਰ ਘਟ ਗਿਆ ਜੇ ਇੱਕ ਦਿਨ। ਵਜ਼ੀਰੀਆਂ ਕਿਤੇ ਮੁਕੱਦਰ ਨਾਲ ਮਿਲਦੀਆਂ ਸੌਖੀਆਂ ਨਹੀਂ। ਵੈਸੇ ਮੇਰਾ ਇੱਕ ਸਵਾਲ, ਤੁਸੀਂ ਨਾ ਕਿਸੇ ਦਿਨ ਇੰਦਰਪ੍ਰੀਤ ਜੀ ਕੇਸੀ ਇਸ਼ਨਾਨ ਐਤਵਾਰ ਨੂੰ ਕਰਕੇ ਬਹਿ ਜਿਓ ਐਨਕ ਲਾ ਕੇ, ਤੇ ਫਿਰ ਉਹ ਸਾਰਾ ਜਿੰਨਾ ਐਕਟ ਆ ਉਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਤੇ ਫਾਰਮ ਹਾਊਸ ਆਪਣੇ ਤੇ ਜਾ ਕੇ ਮੈਂ ਨਾਲ ਗੱਲ ਤੋਰਦੇ ਆ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਵਰਿੰਦਰ ਕੁਮਾਰ ਸਪੈਸ਼ਲ ਡੀਜੀਪੀ ਵਰਗੇ ਲੋਕਾਂ ਦੀ, ਜੇ ਕਿਉਂਕਿ ਜਦੋਂ ਬੰਦਾ ਡੀਜੀਪੀ ਬਣ ਜਾਂਦਾ ਉਹਦਾ ਰਿਟਾਇਰਮੈਂਟ ਦਾ ਵੀ ਸਮੇਂ ਦਾ ਨਹੀਂ ਪਤਾ ਲੱਗਦਾ ਹੁੰਦਾ। ਇਹ ਜੇਕਰ ਘੱਟੋ ਘੱਟ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ ਤੇ ਉਹਨਾਂ ਦਾ 2-4 ਸਾਲ ਲਈ ਸਮਾਂ ਵਧਾਓ। ਦੂਜੀ ਗੱਲ, ਜੇ ਨਹੀਂ ਤਾਂ ਖਾਸ ਪ੍ਰਾਵਧਾਨ ਇਹੋ ਜਿਹੇ ਲੋਕਾਂ ਲਈ ਕਰੋ ਜਿਹੜੇ ਕਿਸੇ ਗੱਲ ਨੂੰ ਹੱਥ ਪਾਉਂਦੇ ਆ ਉਹ ਸਿਰੇ ਤੱਕ ਚੜਾ ਸਕਣ। ਇੱਥੇ ਬਦਲੀਆਂ ਦੂਜੀਆਂ ਤੀਜੀਆਂ ਦੀ ਪ੍ਰਕਿਰਿਆ ਨੂੰ ਪਾਸੇ ਰੱਖੋ, ਸਿਆਸਤਾਂ ਸਾਈਡ ਤੇ ਰੱਖੋ, ਸਮਾਜ ਨੂੰ ਸਾਫ਼ ਹੋ ਲੈਣ ਦੀਏ। ਪਰ ਇਹ ਨਹੀਂ ਕਿ ਤੁਸੀਂ ਚੁਣ ਕੇ ਹੱਥ ਪਾਓ, ਫਿਰ ਇੱਕ ਵੱਡਿਓਂ ਪਾਓ। ਜਿੱਥੇ ਕਰਪਸ਼ਨ ਦਾ ਕੇਸ ਆਉਂਦਾ ਨਾ, ਛੱਡੋ ਨਾ। ਇਹ ਵਰਿੰਦਰ ਕੁਮਾਰ ਜੀ ਦੀ ਵੀ ਪ੍ਰੀਖਿਆ, ਇਹ ਉਹਨਾਂ ਲਈ ਵੀ ਬਹੁਤ ਵੱਡਾ ਸਵਾਲ ਹੈ ਕਿ ਤੁਸੀਂ ਇਸ ਗੱਲ ਨੂੰ ਅੱਗੇ ਕਿੱਦਾਂ ਵਧਾਉਂਦੇ ਹੋ। ਇਹ ਨਾ ਹੋਵੇ ਕੱਲ ਨੂੰ ਤੁਹਾਡੇ ਤੇ ਵੀ ਇਲਜ਼ਾਮ ਆਵੇ ਵੀ ਜਿੱਦਾਂ ਸਰਕਾਰ ਨੇ ਚਾਹਿਆ ਵਰਤ ਲਏ। ਖੈਰ ਤੋਰਦੇ ਅੱਗੇ। ਕਾਲੀ ਚ ਆਇਓ ਇੰਦਰਪ੍ਰੀਤ ਜੀ। ਹੁਣ ਆਪਾਂ ਜ਼ਿਆਦਾ ਨਹੀਂ, ਆਪਾਂ ਇੰਜ ਕਰ ਲਈਏ, ਨਹੀਂ ਤੁਹਾਡੇ ਕੋਲ ਹੀ ਆਉਣਾ ਮੈਂ। ਜਿਹੜੀ ਐਗਰੀਕਲਚਰ ਪਾਲਿਸੀ ਨਾਲ ਸੰਬੰਧਿਤ ਮਾਮਲਾ ਹੈ ਨਾ, ਇਹਦੇ ਤੇ 2 ਮੀਟਿੰਗਾਂ ਤੁਸੀਂ ਦੱਸੀਆਂ ਤੇ ਸੀ ਮੈਨੂੰ ਵੀ ਹੋਈਆਂ ਨੇ, ਔਰ ਹੁਣ ਇਹਦੇ ਤੇ 2 ਮਹੀਨੇ ਅਜੇ ਸੋਚਿਆ ਜਾ ਰਿਹਾ ਵੀ ਸਮਾਂ ਲੱਗ ਜੂ ਨੀਤੀ ਬਣਾਉਣ ਤੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਸੁਝਾਅ ਭੇਜੇ ਆ ਤੇ ਅਜੇ ਉਹ ਤਸੱਲੀ ਨਹੀਂ ਮਹਿਸੂਸ ਕਰ ਰਹੀ ਜਿਹੜੀ ਇਹ ਨੀਤੀ ਬਣਾਉਣ ਵਾਲੀ ਕਮੇਟੀ ਬਣਾਈ ਆ ਕਿ ਨਹੀਂ, ਅਜੇ ਮਜ਼ਾ ਨਹੀਂ ਆਇਆ।
ਤੇ ਤੁਸੀਂ ਇੰਨੇ ਜਾਣੇ ਕੀ ਕਰਦੇ ਹੋ ਫਿਰ? ਤੁਸੀਂ ਆਪ ਹੀ ਤਾਂ ਸਾਰੇ ਜਣੇ ਰਲ ਮਿਲ ਕੇ ਨੀਤੀ ਬਣਾਓ, ਏਡੇ ਏਡੇ ਵੱਡੇ ਬੰਦੇ ਆ, ਤੁਹਾਨੂੰ ਹੁਣ ਪਿੰਡ ਦਾ ਕਿਸਾਨ ਥੋੜੀ ਸੁਝਾਅ ਭੇਜੂਗਾ। ਗੱਲ ਤਾਂ ਇੰਨੀ ਕੀ ਹੈ ਨਾ ਜੀ। ਜੀ ਬਿਲਕੁਲ ਨਹੀਂ, ਥੋੜਾ ਜਿਹਾ ਇਹਦੇ ਵਿੱਚ ਇਹ ਹੈ ਠੀਕ ਕਿ ਜਿਹੜੇ ਸੁਝਾਅ ਕਿਸਾਨ ਦੇ ਰਹੇ ਆ ਉਹ ਆਪਣੇ ਪ੍ਰੋਫੈਸ਼ਨਲੀ ਢੰਗ ਨਾਲ ਦੇ ਰਹੇ ਕਿ ਜੋ ਸਮੱਸਿਆਵਾਂ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਸ ਦੇ ਉੱਤੇ ਦੇ ਰਹੇ ਆ। ਕੱਲ ਸਾਡੀ ਇੱਕ ਇਸੇ ਚਰਚਾ ਚੱਲ ਰਹੀ ਸੀ ਇਹਦੇ ਵਿੱਚ ਹੀ ਕਿ ਜਿਹੜੀ ਨੀਤੀ ਬਣਨੀ ਹੈ, ਨੀਤੀ ਤਾਂ ਪੂਰੇ ਫਿਰ ਇੱਕ ਵਿਆਪਕ ਰੂਪ ਚ ਬਣੂਗੀ। ਇੱਕ ਫਾਰਮਰ ਤਾਂ ਆਪਣਾ ਤਾਂ ਦੱਸ ਸਕਦਾ ਰੋਣਾ ਵੀ ਮੇਰਾ ਆਹ ਹੈ, ਮੇਰੀ ਵਿਥਿਆ ਇਹ ਹੈ, ਇਹਨੂੰ ਹੱਲ ਕਰੋ। ਪਰ ਜਿਹੜੀ ਇੱਕ ਪੂਰੇ ਸਮਾਜ ਦੇ ਰੂਪ ਚ ਅਸੀਂ ਕਹਿੰਦੇ ਆ ਵੀ ਇੱਕ ਪਾਲਿਸੀ ਬਣਾਣੀ ਹੈ, ਉਹਦੇ ਵਿੱਚ ਤਾਂ ਫਿਰ ਬਹੁਤ ਸਾਰੀਆਂ ਚੀਜ਼ਾਂ ਲੈਣੀਆਂ ਪੈਂਦੀਆਂ। ਦੇਖੋ ਹੁਣ ਬਹੁਤ ਲੰਬੇ ਸਮੇਂ ਤੋਂ ਖਾਸ ਤੌਰ ਤੇ ਜਿਹੜੇ ਐਗਰੀਕਲਚਰ ਐਕਸਪਰਟ ਦਵਿੰਦਰ ਸ਼ਰਮਾ ਜੀ ਹੈਗੇ ਆ, ਉਹ ਬਹੁਤ ਲੰਬੇ ਟਾਈਮ ਤੋਂ ਇੱਕ ਗੱਲ ਕਰ ਰਹੇ ਹੈ ਕਿ ਫਾਰਮਰ ਦੀ ਇਨਕਮ ਤੈਅ ਕਰੋ ਕਿ ਪਰ ਏਕੜ ਜਿਹੜੀ ਇਨਕਮ ਹੈ ਉਨੀ ਉਹਨੂੰ ਕਿਵੇਂ ਸੁਨਿਸ਼ਚਿਤ ਹੋਵੇ। ਜਦ ਤੱਕ ਤੁਸੀਂ ਇਹ ਸੁਨਿਸ਼ਚਿਤ ਨਹੀਂ ਕਰੋਗੇ, ਫਾਰਮਰ ਕਿਸੇ ਵੀ ਨੀਤੀ ਦੇ ਤੁਹਾਡੀ ਵਿਸ਼ਵਾਸ ਹੀ ਨਹੀਂ ਕਰੇਗਾ। ਉਹ ਫਿਰ ਉਹੀ ਕਰੇਗਾ ਜੋ ਉਹਨੇ ਕਰਨਾ ਹੈ। ਤਾਂ ਸੋ ਇਨਕਮ ਦਾ ਕ੍ਰਾਈਟੇਰੀਆ ਮਸਟ ਹੋਣਾ ਚਾਹੀਦਾ ਹੈ। ਤੇ ਇਹਦੇ ਵਿੱਚ ਮੈਂ ਕੱਲ ਇੱਕ ਨਹੀਂ, ਮੇਰਾ ਨਹੀਂ ਖਿਆਲ ਕੋਈ ਵੀ ਸਰਕਾਰ ਇਹ ਕਰ ਪਾਊਗੀ, ਇਹ ਸੰਭਵ ਹੀ ਨਹੀਂ ਇੰਦਰਪ੍ਰੀਤ ਜੀ, ਨਹੀਂ ਸੰਭਵ। ਮੈਂ ਪ੍ਰੈਕਟੀਕਲੀ ਇੱਕ ਕਿਸਾਨ ਹੋਣ ਦੇ ਨਾਤੇ ਕਹਿ ਸਕਦਾ ਕਿ ਇਹ ਨਹੀਂ ਸੰਭਵ ਜੀ। ਜੀ ਮੈਂ ਇਹ ਕਹਿ ਰਿਹਾ ਕਿ ਜਦ ਤੱਕ ਇਨਕਮ ਤੁਸੀਂ ਸਰ ਸਹੀ ਨਹੀਂ ਕਰੋਗੇ ਨਾ ਤਾਂ ਗੈਪ ਬਹੁਤ ਵੱਡੇ ਹੋ ਜਾਂਦੇ ਆ। ਇੱਕ ਮਾਤੜ ਸਾਥੀ ਨੂੰ ਤਾਂ ਤੁਸੀਂ ਮਤਲਬ ਅੱਜ ਜਿਹੜੀ ਪੰਜਾਬ ਦੀ ਪਰ ਇੱਕ ਜਿਹੜੀ ਏਕੜ ਇਨਕਮ ਹੈ ਉਹ 26,000 ਤੇ ਹੈ। ਹੁਣ 26,000 ਨਾਲ ਤੁਸੀਂ ਕਹੋਗੇ ਕਿ ਉਹ ਗੁਜ਼ਾਰਾ ਕਰ ਲੇਗਾ ਜਿਹਦੇ ਕੋਲ 1 ਜਾਂ 2 ਏਕੜ ਜਾਂ 3 ਏਕੜ ਹੈ, ਤਾਂ ਫਿਰ ਇੱਥੇ ਉਹਨੂੰ ਤੁਹਾਨੂੰ ਫੰਡਿੰਗ ਕਰਨੀ ਪਏਗੀ। ਜਿਵੇਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਹੈਗੀ ਹੈ ਜਿਸ 'ਚ ਤੁਸੀਂ 500 ਰੁਪਏ ਮਹੀਨਾ ਉਹਨੂੰ ਦਿੰਦੇ ਹੋ, ਫਿਰ ਇਹ ਜਿਹੀ ਕੋਈ ਉਹਨੂੰ ਲੈ ਕੇ ਦੇਣਾ ਪਊਗਾ। ਸੋ ਇਹ ਨੀਤੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਸਪਸ਼ਟ ਹੋਣੀਆਂ ਚਾਹੀਦੀਆਂ ਨੇ। ਛੋਟਾ ਕਿਸਾਨ ਬੀਮੇ ਦੀ ਫਸਲੀ ਬੀਮਾ ਨਹੀਂ ਕਰਾ ਸਕਦਾ। ਉਹ ਅਗਰ ਉਹਦੀ ਫਸਲ ਪੂਰੀ ਖਰਾਬ ਹੋ ਜਾਂਦੀ ਹੈ ਉਹ ਤਾਂ ਬਿਲਕੁਲ ਗਿਆ, ਤਾਂ ਫਿਰ ਉਹ ਉਸ ਸਥਿਤੀ 'ਚ ਸਰਕਾਰ ਕੀ ਕਰੂਗੀ? ਤਾਂ ਕੀ ਉੱਥੇ ਕੋਈ ਫੰਡਿੰਗ ਉਹਨੂੰ ਕੀਤੀ ਜਾ ਸਕਦੀ ਹੈ? ਇਸ ਤਰ੍ਹਾਂ ਦੇ ਬਹੁਤ ਸਾਰੇ ਤਰੀਕੇਕਾਰ ਹੈਗੇ ਨੇ ਜਿਨ੍ਹਾਂ ਬਾਰੇ ਸੋਚਿਆ ਜਾ ਸਕਦਾ ਹੈ। ਉਹਦੀ ਫੰਡਿੰਗ ਕਿੱਥੋਂ ਆਏਗੀ ਉਹਦੇ ਬਾਰੇ ਸੋਚਿਆ ਜਾ ਸਕਦਾ ਹੈ। ਉਹਨੂੰ ਅਗਰ ਲਿਆ ਕੇ ਇੱਕ ਪਾਲਿਸੀ ਤਿਆਰ ਕੀਤੀ ਜਾਏ ਫਿਰ ਇੱਕ ਮੈਨੂੰ ਲੱਗਦਾ ਕਿ ਅਸੀਂ ਇੱਕ ਰਾਹ ਤੇ ਤੁਰਾਂਗੇ। ਅਦਰਵਾਈਜ਼ ਮੈਨੂੰ ਲੱਗਦਾ ਫਿਰ ਇਹ ਇਕੱਲੀਆਂ ਗੱਲਾਂ ਹੀ ਰਹਿ ਜਾਣਗੀਆਂ। ਪਾਲਿਸੀਆਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ 2018 ਦੀ ਅਜੇ ਵੀਰ ਜਾਖੜ ਹੋਰਾਂ ਨੇ ਬਣਾਈ ਸੀ, ਉਹ ਵੀ ਪਈ ਹੈ। 2008 ਦੇ ਵਿੱਚ ਡਾਕਟਰ ਕਾਲਕਟ ਨੇ ਬਣਾਈ ਸੀ, ਉਹ ਵੀ ਰੈਕਾਂ ਦੇ ਵਿੱਚ ਲੱਗੀ ਪਈ ਹੈ। ਇਹ ਪਾਲਿਸੀਆਂ ਇਸ ਤਰ੍ਹਾਂ ਹੀ ਰੈਕਾਂ ਦੇ ਵਿੱਚ ਲੱਗੀਆਂ ਰਹਿ ਜਾਣਗੀਆਂ ਜਦ ਤੱਕ। ਔਰ ਅਸੀਂ ਕਹਿ ਰਹੇ ਹਾਂ ਕਿ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ, ਪਰ ਐਗਰੀਕਲਚਰ ਸਟੇਟ ਕੋਲ ਹੀ ਆਪਣੀ ਐਗਰੀਕਲਚਰ ਪਾਲਿਸੀ ਨਹੀਂ ਹੈ। ਇਸ ਤੋਂ ਜ਼ਿਆਦਾ ਵੱਡੀ ਮੈਨੂੰ ਲੱਗਦਾ ਸ਼ਰਮਨਾਕ ਗੱਲ ਵੀ ਕੋਈ ਹੋਰ ਹੋ ਨਹੀਂ ਸਕਦੀ। ਬਿਲਕੁਲ, ਸ਼ਰਮ ਆਊਗੀ ਜਾਂ ਸ਼ਰਮ ਪ੍ਰੂਫ ਹੋਣਾ, ਇਹ ਦੋ ਵੱਖਰੇ ਵੱਖਰੇ ਪਹਿਲੂ, ਇਹਨਾਂ ਦੇ ਉੱਤੇ ਇੱਕ ਲੰਬੀ ਬਹਿਸ ਮੈਨੂੰ ਲੱਗਦਾ ਬਣਦੀ ਹੈ। ਪਰ ਉਂਝ ਇਹ ਸਵਾਲ ਹੈ, ਜਦੋਂ ਮੈਂ ਇਹ ਕਹਿ ਰਿਹਾ ਨਾ ਕਿ ਸੰਭਵ ਨਹੀਂ, ਮੈਨੂੰ ਲੱਗਦਾ ਕਿ ਕਿਸੇ ਵੀ ਪਾਰਟੀ ਨੂੰ, ਕਿਸੇ ਵੀ ਸਰਕਾਰ ਨੂੰ ਇਹਦੇ ਉੱਤੇ, ਕਿਉਂਕਿ ਬਹੁਤ ਸਾਰਾ ਪੈਸਾ ਲੋੜੀਂਦਾ ਹੈ ਔਰ ਕੋਈ ਵੀ ਇੰਨੇ ਪੈਸੇ ਖਰਚਣ ਨਹੀਂ ਲੱਗਾ। ਉਹ ਕਾਰਪੋਰੇਟ ਦੇ ਲੋਨ ਮਾਫ ਕਰ ਦੇਣਗੇ, ਉਹ ਇੰਡਸਟਰੀ ਨੂੰ ਪੈਕੇਜ ਦੇ ਦੇਣਗੇ, ਉਹ ਰੱਖਿਆ ਦੇ ਵਧਾ ਦੇਣਗੇ ਜੀ ਜਿੰਨੇ ਮਰਜੀ ਬਜਟ। ਇਹ ਇੱਥੇ ਸੰਭਵ ਨਹੀਂ ਹੈ। ਨਹੀਂ ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਇਸ ਨੂੰ ਜਦੋਂ ਮੈਨੂੰ ਯਾਦ ਹੈ ਕਿ ਅਰੁਣ ਜੇਟਲੀ ਹੁਣੇ ਇਸ ਤੇ ਕੰਮ ਕਰ ਰਹੇ ਸੀਗੇ ਜਦੋਂ ਫਾਈਨਾਂਸ ਮਿਨਿਸਟਰ ਸੀਗੇ, ਤਾਂ ਇਹ ਗੱਲ ਆਈ ਸੀਗੀ ਕਿ ਪੈਸਾ ਕਿੱਥੋਂ ਆਏਗਾ। ਤਾਂ ਉਹ ਜਦੋਂ ਬਜਟ ਡਾਕੂਮੈਂਟ ਪੇਸ਼ ਕੀਤੇ ਗਏ ਉਹਨਾਂ ਕੋਲੇ, ਇੱਕ ਸੈਮੀਨਾਰ 'ਚ ਮੈਨੂੰ ਯਾਦ ਹੈ ਇਹ ਡਾਕੂਮੈਂਟ ਪੇਸ਼ ਕੀਤੇ ਗਏ, ਤਾਂ ਉਹਨਾਂ ਨੇ ਕਿਹਾ ਜੀ 9 ਲੱਖ ਕਰੋੜ ਰੁਪਈਆ ਤੁਸੀਂ ਜਿਹੜਾ ਇੰਡਸਟਰੀ ਦੇ ਇਹ ਮਾਫ ਕੀਤੇ ਨੇ, ਜੇ ਇਹਦਾ 10ਵਾਂ ਹਿੱਸਾ ਵੀ ਤੁਸੀਂ ਫਾਰਮਰ ਨੂੰ ਦੇ ਦਿੰਦੇ ਤਾਂ ਸ਼ਾਇਦ ਫਾਰਮਰ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ। ਤਾਂ ਪਰ ਜੇ ਉੱਥੇ ਤਾਂ ਤੁਸੀਂ 10ਵਾਂ ਹਿੱਸਾ ਵੀ ਖਰਚ ਕਰਨ ਲਈ ਰਾਜੀ ਨਹੀਂ, ਤੇ ਇੱਥੇ ਤੁਸੀਂ 9-9 ਲੱਖ ਕਰੋੜ ਰੁਪਇਆ ਦੇ ਜਿਹੜੇ ਲੋਨ ਮਾਫ ਕਰ ਰਹੇ ਆ ਜਾਂ ਹੋਰ ਇਨਸੈਂਟਿਵ। ਦੇਖੋ ਬੜੀ ਇੰਟਰਸਟਿੰਗ ਚੀਜ਼ ਹੈ ਰੰਧਾਵਾ ਸਾਹਿਬ ਇਹਦੇ ਵਿੱਚ, ਜਦੋਂ ਅਸੀਂ ਫਾਰਮਰ ਨੂੰ ਕਿਸੇ ਕੁਝ ਦੇਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਵੀ ਉਹ ਸਬਸਿਡੀ ਦਿੱਤੀ ਜਾਊਗੀ, ਲੇਕਿਨ ਜਦੋਂ ਇੰਡਸਟਰੀ ਨੂੰ ਦੇਣ ਦੀ ਗੱਲ ਕਰਦੇ ਹਾਂ ਪੈਸਾ, ਫਿਰ ਉਹਨੂੰ ਇਨਸੈਂਟਿਵ ਸ਼ਬਦ ਯੂਜ਼ ਕਰਦੇ ਹਾਂ, ਕਿਉਂਕਿ ਇਨਸੈਂਟਿਵ ਸ਼ਬਦ ਜਿਹੜਾ ਹੈਗਾ ਉਹ ਪੋਜ਼ਿਟਿਵ ਟਰਮ 'ਚ ਲਿਆ ਜਾਂਦਾ ਹੈ ਔਰ ਜਿਹੜਾ ਸਬਸਿਡੀ ਹੈ ਉਹ ਨੈਗੇਟਿਵ ਟਰਮ 'ਚ ਲਈ ਜਾਂਦੀ ਹੈ। ਸੋ ਸਾਡੀ ਤਾਂ ਜਿਹੜੀ ਨੀਤੀ ਹੈ ਇੱਥੇ ਇੱਕ ਗਲਤ ਹੈ। ਅਸੀਂ ਸ਼ਬਦਾਂ ਦਾ ਚयन ਹੀ ਗਲਤ ਕਰਦੇ ਹਾਂ। ਸਾਨੂੰ ਸਾਡਾ ਦਿਮਾਗ 'ਚ ਕਲੀਅਰ ਹੈ ਕਿ ਅਸੀਂ ਕਿਹਨੂੰ ਦੇਣਾ ਹੈ ਤੇ ਕਿਹਨੂੰ ਨਹੀਂ ਦੇਣਾ। ਸੋ ਮੈਨੂੰ ਲੱਗਦਾ ਕਿ ਜਦੋਂ ਸਾਡੇ ਕੋਲ ਇਹ ਸਥਿਤੀ ਆਉਂਦੀ ਹੈ ਫਿਰ ਅਸੀਂ ਪਹਿਲਾਂ ਹੀ ਤੈਅ ਕਰ ਲੈਂਦੇ ਹਾਂ ਅਸੀਂ ਫਾਰਮਰ ਨੂੰ ਕੁਝ ਨਹੀਂ ਦੇਣਾ। ਦੇਖੋ, ਮੋਟੇ ਤੌਰ ਤੇ ਇੰਡਸਟਰੀ ਨੂੰ ਰੁਜ਼ਗਾਰ ਪੈਦਾ ਕਰਨ ਵਾਲੀ, ਗਰੋਥ ਵਾਲੀ ਚੀਜ਼ ਮੰਨਿਆ ਜਾਂਦਾ,
ਇਸ ਕਰਕੇ ਉਹਦੇ 'ਚ ਵੱਡੇ ਪੋਲੀਟੀਸ਼ੀਅਨਸ ਦੇ ਹਿੱਤ ਹੁੰਦੇ ਨੇ, ਬਹੁਤ ਸਾਰਾ ਹੁੰਦਾ, ਕੁਛ ਉਹ ਫੰਡਿੰਗ ਵੀ ਚੰਗੀ ਕਰ ਦਿੰਦੇ ਆ, ਸਾਰੀਆਂ ਹੀ ਪਾਰਟੀਆਂ ਨੂੰ, ਕੋਈ ਇੱਕ ਥੋੜੀ। ਇਸ ਕਰਕੇ ਮੈਨੂੰ ਲੱਗਦਾ ਉਹ ਪਿਆਰੇ ਪੁੱਤ ਨੇ, ਉਹ ਤੁਹਾਡੇ ਲਾਡਲੇ ਹੁੰਦੇ ਆ। ਤੇ ਕਿਸਾਨੀ, ਜਿਹੜੀ ਕਿਸਾਨੀ ਲਗਭਗ ਦੇਸ਼ ਦੇ ਬਹੁਗਿਣਤੀ ਹਿੱਸੇ ਤੱਕ ਰੁਜ਼ਗਾਰ ਹੈ, ਕਾਰੋਬਾਰ ਹੈ, ਉਹ ਕਿੱਥੇ ਸਾਡੀਆਂ ਨਜ਼ਰਾਂ ਦੇ ਵਿੱਚ, ਹਿਮਾਚਲ ਕਿੱਥੇ ਕਿਤੇ ਠਹਿਰਦੇ ਨੇ, ਫਿਰ ਸਾਡੀ ਅੱਖ ਦਾ ਅਥਰੂ ਟਪਕ ਕੇ ਉੱਥੇ ਹੀ ਫਿੱਟ ਫੁੱਟ ਹੋ ਜਾਂਦਾ। ਭਾਸਕਰ ਸਾਹਿਬ ਇੱਥੇ ਨਾ ਹੀ ਜਾਈਏ, ਹੁਣ ਤੁਸੀਂ ਆਪਣਾ ਵਿਊ ਪੁਆਇੰਟ ਉਹ ਸ਼ਰਾਬ ਵਾਲੀ ਗੱਲ ਤੇ ਦੇ ਦਿਓ। 42 ਮਿੰਟ 'ਚ ਪਹੁੰਚ ਗਏ ਆ। ਤੇ ਜਿਹੜੇ ਸ਼ਰਾਬ ਦੇ ਕਈ ਬ੍ਰਾਂਡ ਤੁਸੀਂ ਦੱਸ ਰਹੇ ਸੀ, ਵੈਸੇ ਮਾਮਲਾ ਕੀ ਹੈ, ਮੈਨੂੰ ਆਪ ਹੀ ਖੁੱਲ ਕੇ ਦੱਸੋ ਜ਼ਰਾ। ਸ਼ਰਾਬ ਦੇ ਠੇਕਿਆਂ ਦੇ ਵਿੱਚ ਜਿਹੜੇ ਆਮ ਆਦਮੀ ਦੇ ਬ੍ਰਾਂਡ ਹੁੰਦੇ ਆ ਨਾ, ਹੁਣ ਇਹਨੂੰ ਤੁਸੀਂ ਆਮ ਆਦਮੀ ਕਲੀਨਿਕ ਨਾਲ ਜਾਂ ਆਮ ਆਦਮੀ ਪਾਰਟੀ ਨਾਲ ਨਾ ਜੋੜ ਲੈਣਾ, ਪਰ ਕਾਮਨ ਮੈਨ ਵਾਲੇ ਬ੍ਰਾਂਡ ਹੁੰਦੇ ਆ, ਕਿਉਂਕਿ ਉਹ 700 800 1000 ਰੁਪਏ ਦੀ ਬੋਤਲ ਵੱਲ ਪੈਂਦੇ ਨੇ, ਉਹ ਬ੍ਰਾਂਡ ਹੈ ਹੀ ਨਹੀਂ। ਔਰ ਬਹੁਤ ਸਾਰੇ ਠੇਕਿਆਂ ਦੇ ਵਿੱਚ ਜਿਹੜੇ ਪਪੂਲਰ ਬ੍ਰਾਂਡ ਹੁੰਦੇ ਨੇ, ਇੱਕ ਸਿਗਨੇਚਰ ਹੋ ਗਿਆ, ਬਲੈਂਡਰ ਪ੍ਰਾਈਡ ਹੋ ਗਿਆ, ਰਾਇਲ ਸਟੈਗ ਹੋ ਗਿਆ, ਜਿਹੜੇ 500-600 ਤੋਂ ਲੈ ਕੇ 1000 ਰੁਪਏ ਦੇ ਅੰਦਰ ਅੰਦਰ ਕੰਮ ਹੋ ਜਾਂਦਾ ਹੈ। ਉਹਨਾਂ ਬ੍ਰਾਂਡਾਂ ਦੀ ਡਿਮਾਂਡ ਤੇ ਬਹੁਤ ਵਧੀ ਹੋਈ ਹੈ, ਪਰ ਜਦ ਤੋਂ ਇਹ ਐਕਸਾਈਜ਼ ਪਾਲਿਸੀ ਨਵੀਂ ਰਿਨਿਊ ਹੋਈ ਹੈ, ਤਦ ਤੋਂ ਠੇਕਿਆਂ ਦੇ ਵਿੱਚ ਇਹਦੀ ਕੋਈ ਸਪਲਾਈ ਨਹੀਂ ਹੋਈ। ਇਹਦਾ ਕਾਰਨ ਕੀ ਹੈ ਉਹ ਠੇਕੇਦਾਰ ਤੇ ਨਹੀਂ ਦੱਸਦੇ, ਪਰ ਇਸ ਗੱਲ ਨੂੰ ਜ਼ਰੂਰ ਮੰਨਦੇ ਨੇ ਕਿ ਪਿਛਲੇ ਸਾਲ ਦੇ ਸਟਾਕ ਨਾਲ ਹੀ ਆਪਾਂ ਗੁਜ਼ਾਰਾ ਕਰ ਰਹੇ ਹਾਂ, ਫਿਰ ਅੱਧੇ ਪੋਏ ਤਾਂ ਸਾਡੇ ਕੋਲ ਉਦਾਂ ਹੀ ਖਤਮ ਹੈਗੇ ਆ। ਬੋਤਲਾਂ ਦੀ ਵੀ ਬੜੀ ਘਾਟ ਹੈਗੀ ਹੈ, ਔਰ ਬਹੁਤ ਸਾਰੇ ਠੇਕਿਆਂ ਦੇ ਵਿੱਚ ਤੇ ਇਹ ਬ੍ਰਾਂਡ ਗਾਇਬ ਹੀ ਹੋ ਗਏ ਨੇ। ਕਹਿੰਦੇ ਨੇ 5-10 ਦਿਨਾਂ ਦੇ ਵਿੱਚ ਇਹ ਸਪਲਾਈ ਸ਼ੁਰੂ ਹੋ ਜਾਏਗੀ, ਪਰ ਉਹ ਆਮ ਆਦਮੀ ਵਿਚਾਰਾ ਕਰੇ ਕੀ, ਜਿਨ੍ਹਾਂ ਦੇ ਕੋਲੋਂ ਵੋਟ ਮੰਗੇ ਜਾ ਰਹੇ ਨੇ ਜਲੰਧਰ ਦੇ ਵਿੱਚ ਜਾਂ ਹੋਰ ਜਗ੍ਹਾ, ਜਿਹੜੀ ਕਰਨਾਟਕਾ ਦੇ ਵਿੱਚ ਚਲੋ ਦੂਜੀ ਗੱਲ ਹੈਗੀ ਹੈ, ਪਰ ਆ ਜਿਹੜੇ ਬ੍ਰਾਂਡਾਂ ਦਾ ਗਾਇਬ ਹੋ ਜਾਣਾ, ਔਰ ਆਮ ਆਦਮੀ ਪਾਰਟੀ ਨਹੀਂ, ਆਮ ਆਦਮੀ ਦੇ ਬ੍ਰਾਂਡਾਂ ਦਾ, ਉਹ ਆਪਣੇ ਆਪ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਆਮ ਆਦਮੀ ਦੇ ਬ੍ਰਾਂਡ ਗਾਇਬ ਹੈ ਕਿਉਂ ਬਈ। ਚਲੋ ਇਹ ਫਿਲਹਾਲ ਗਾਇਬ ਨੇ, 5-10 ਦਿਨਾਂ ਦੇ ਵਿੱਚ ਕਹਿੰਦੇ ਨੇ ਕਿ ਮਿਲ ਜਾਣਗੇ। ਤੁਹਾਡੇ ਜਲੰਧਰ 'ਚ ਵੀ ਗਾਇਬ, ਅੱਜ ਜੇ ਨਹੀਂ ਪਹਿਲਾਂ ਕਦੇ ਗਏ ਤੇ ਅੱਜ ਗੇੜਾ ਸਪੈਸ਼ਲ ਮਾਰੋ ਵੀ ਘੱਟੋ ਘੱਟ ਜਲੰਧਰ 'ਚ ਤੇ ਗਾਇਬ ਨਹੀਂ ਹੋ ਸਕਦੇ। ਇਲੈਕਸ਼ਨ 'ਚ ਐਡਾ ਰਿਸਕ ਕਿੱਥੇ ਲੈ ਸਕਦੀਆਂ ਸਰਕਾਰਾਂ। ਨਹੀਂ ਦੇਖੋ, ਫਿਲਹਾਲ ਆਮ ਆਦਮੀ ਦੇ, ਜਿਸ ਤਰ੍ਹਾਂ ਬਾਰ-ਬਾਰ ਮੈਂ ਆਮ ਆਦਮੀ ਸ਼ਬਦ ਜਾਣਬੁੱਝ ਕੇ ਯੂਜ਼ ਕਰ ਰਿਹਾ, ਕਿਉਂਕਿ ਇਹ ਜਿਹੜੇ 400-500 ਤੋਂ ਲੈ ਕੇ 1000 ਰੁਪਏ ਦੀ ਬੋਤਲ ਹੈਗੀ ਹੈ ਨਾ, ਵਿਚਾਰੇ ਆਮ ਆਦਮੀ ਪੀਂਦੇ ਹੁੰਦੇ ਆ, ਔਰ ਸਰਕਾਰ ਆਮ ਆਦਮੀ ਪਾਰਟੀ ਦੀ ਹੋਏ ਔਰ ਆਮ ਆਦਮੀ ਨੂੰ ਬ੍ਰਾਂਡ ਨਾ ਮਿਲੇ, ਇਹ ਤੇ ਚਿੰਤਾ ਦਾ ਵਿਸ਼ਾ ਹੈ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਆਮ ਆਦਮੀ ਪਾਰਟੀ ਤੇ ਆਮ ਆਦਮੀ, ਇਹਨਾਂ ਦੋਵਾਂ ਦੇ ਵਿੱਚ ਅੰਤਰ ਹੈ। ਪਹਿਲੀ ਖਬਰ ਤੁਸੀਂ 45 ਕਰੋੜ ਦੀ ਕਹਿ ਕੇ ਹਟੇ ਹੋ, ਤੇ ਦੂਜੀ ਖਬਰ ਤੁਸੀਂ ਆਮ ਆਦਮੀ ਨੂੰ ਆਮ ਆਦਮੀ ਪਾਰਟੀ ਨਾਲ ਕਿੱਦਾਂ ਜੋੜ ਸਕਦੇ ਹੋ। ਇਹ ਸਵਾਲ ਤਾਂ ਵੱਡੇ ਨੇ, ਇਹ ਰਹਿਣ ਦਿਓ ਖੜੇ, ਆਪਾਂ ਨਹੀਂ ਵਿੱਚ ਪੈਣਾ। ਸਾਨਾਂ ਦੇ ਭੇਡ 'ਚ ਨਾ ਬੰਦਾ ਰਗੜਿਆ ਰੁਗੜਿਆ ਜਾਂਦਾ ਹੁੰਦਾ, ਸਾਡੇ ਕੋਲ ਨਹੀਂ ਚੱਲੀਆਂ ਜਾਣੀਆਂ। ਮਿਹਰਬਾਨੀ। ਧੰਨਵਾਦ ਜੀ।